ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਪਰਮ ਸਨਮਾਨ ਆਵਰ ਸਾਹਿਬ ਕਮਾਲ बारगाहे इनायत के मालक कलयुगी जीवों के उद्धार करता साहिब सहाबा जोत रूप हर आप महिमा दे मालक तन 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 गुरु पिता श्री गुरुदेव गुरु ग्रंथ साहिब जी दे महान बरकतमई इनायतमई श्री चरण कमलों च विराजमान गुरु प्यारी साध संगत गुरुदेव जी की महान इनायत का सदका साढ़े सारियां दे सिर ते मेहरमतमई रखे हाथ का सदका जीवन का अज का दिन भी प्राप्त होया और इस नवे दिन की जो नवे जन्म समान है शाम अजीज़ुल नवाज गनीमुल खराज पातशाह कादरे हर कार बेकसारा यार साहिब गुरु गोबिंद सिंह महाराज जी दे मुबारक चरण कमलों की खाक दे नाम करना नसीब होया। सतगुरु जी की अनुकंपा सदका मेहरामद सदका आप जी ने सोदर चौंकी दे कीर्तन रहरास आरती अरदास ते फिर साहिब जी दे हुक्मनामे झोली च पाए हैं। इच्छा पूरक सर्व सुख दाता हर जाके वस है काम ते ना सो ऐसा हर ध्याई है मेरे जीअड़े तां सर्व सुख पावै मेरे मना। जप मन सतनाम सदा सतनाम हलत पलत मुख उजल होई है नित ध्याई है हर पुरख निरंजना। कुछ समा होर साहिब गुरु हरगोबिंद पातशाह गरीब नवाज सतगुरु जी दे महान जीवन चरित्र अमृत जीवन कथड़ियाँ राही मन गुरु चरनां नाल जुड़ सके। गुरु इतिहास विचार गुरु दीदार दा बायस बने। इसलिए छोटी जी ध्यान साधना है दोवां हत्थां नूं हिरदे दे सामने जोड़दियां नेत्र बंद करके ऐसा गहराई तो महसूस करिए कि साडा सीस गुरु हरगोबिंद साहिब जी दे चरण कमलों ते टिकिया है ते साहिब जियां ने मेहर भरिया हथ साडे सिर ते रखिया होया। गुरुदेव जी दे शब्द रूपी कदमां नूं गलवकड़ी करदियां चरण चुमदियां आ गुरु की अमृत फतेह द्वारा सांझ बनाइए। वाहिगुरु जी का खालसा वाहिगुरु जी की फतेह। कल तक सरवण करदियां इतना प्रेम सहित आपने सरवण किया कि गुरु हरगोबिंद साहिब जी महाराज अपने साहिबजादे बाबा सूरजमल जी का आनंद कारज करके ते धर्म रक्षक धर्म की चादर मनुखता दे महान रत्नां दे सिरमौर रतन जिन्हां दे कदमां विच करोड़ां रतन भी होवन ते वो चरनां दी धूड़ बराबर नहीं आउंदे। गुरु तेग बहादुर साहिब जी की सगाई करके सुहारा पा के
ਤੇ ਕਰਤਾਰਪੁਰ ਚੋਂ ਚੱਲ ਕੇ ਦਰਿਆ ਬਿਆਸ ਪਾਰ ਕੀਤਾ ਤੇ ਫਿਰ ਇੱਕ ਰਾਤ ਉੱਥੇ ਠਹਿਰਾਓ ਹੋਇਆ। ਅਗਲੇ ਦਿਨ ਸ੍ਰੀ ਦਰਬਾਰ ਸਾਹਿਬ ਪਹੁੰਚੇ। ਘਰ ਵਿੱਚ ਰਿਸ਼ਤੇਦਾਰਾਂ ਨੇ, ਸੰਗਤਾਂ ਨੇ ਬਹੁਤ ਖੁਸ਼ੀਆਂ ਕੀਤੀਆਂ। ਸੰਗਤਾਂ ਦੀਆਂ ਖੁਸ਼ੀਆਂ ਦਾ ਕੋਈ ਟਿਕਾਣਾ ਨਾ ਰਿਹਾ। ਸਾਧ ਸੰਗਤ, ਅਸੀਂ ਕਿਸੇ ਸਮਾਗਮ ਵਿੱਚ, ਵਿਆਹ ਆਦਿਕ ਵਿੱਚ ਸ਼ਾਮਲ ਹੋਈਏ ਤੇ ਕਈ ਦਫਾ ਸਾਡੀ ਮਜਬੂਰੀ ਹੁੰਦੀ ਹੈ ਬਈ ਉੱਥੇ ਸਾਨੂੰ ਸ਼ਾਮਲ ਹੋਣਾ ਹੀ ਪੈਂਦਾ ਹੈ, ਮਜਬੂਰੀ ਹੁੰਦੀ। ਤੇ ਮਜਬੂਰੀ ਵਿੱਚ ਹੋਈਏ ਤੇ ਫਿਰ ਖੁਸ਼ੀਆਂ ਦੇ ਸਮਾਗਮ ਵਿੱਚ ਸ਼ਾਮਲ ਤਾਂ ਹੁੰਦੇ ਆ, ਪਰ ਮਸਤਕ ਦੱਸਦਾ ਰਹਿੰਦਾ ਹੈ ਵੀ ਮਜਬੂਰੀ ਵਿੱਚ ਆਇਆ ਹੋਇਆ, ਆਉਣਾ ਨਹੀਂ ਚਾਹੁੰਦਾ ਸੀ, ਜ਼ਬਰਦਸਤੀ ਲਿਆਂਦਾ ਜਾਂ ਮਾਣ ਮਨੋਵਲ ਕਰਕੇ ਲਿਆਂਦਾ। ਪਰ ਜਿਹੜੇ ਖੁਸ਼ੀਆਂ ਆਪਣੀਆਂ ਹੋਵਣ ਤੇ ਮਨ ਖੁਸ਼ ਹੋਵੇ ਉੱਥੇ ਜਾਣ ਵਿੱਚ, ਫਿਰ ਉੱਥੇ ਜਾ ਕੇ ਖੁਸ਼ੀਆਂ ਕਰੋੜਾਂ ਗੁਣਾ ਹੋਰ ਵੱਧ ਜਾਂਦੀਆਂ, ਮਨ ਪ੍ਰਸੰਨਤਾ ਨਾਲ ਭਰ ਜਾਂਦਾ। ਅਸੀਂ ਬੜਾ ਕਹਿੰਦੇ ਹਾਂ ਵੀ ਕੋਈ ਸੱਜਣ ਭੰਗੜਾ ਨਾ ਪਾਵੇ, ਕੋਈ ਇਹ ਨਾ ਕਰੇ, ਪਰ ਜਿਹੜੇ ਰਿਸ਼ਤੇਦਾਰ ਚਾਅ ਨਾਲ ਆਏ ਹੁੰਦੇ ਨਾ, ਗੁਰਮਤ ਦੀ ਰੀਤ ਤਾਂ ਇਹ ਬਿਲਕੁਲ ਵੀ ਨਹੀਂ, ਪਰ ਉਹ ਮੰਨਦੇ ਫਿਰ ਨਹੀਂ। ਫਿਰ ਬੀਬੀਆਂ ਸਿਰ 'ਤੇ ਦੀਵਾ ਜਗਾ ਕੇ ਜਾਗੋ ਕੱਢਦੀਆਂ ਫਿਰਦੀਆਂ ਤੇ ਸਾਰੇ ਹੀ ਕੰਮ ਕਰੀ ਜਾਂਦੇ ਨੇ। ਖੁਸ਼ੀ ਵਿੱਚ ਮਨ ਜਿਹੜਾ ਉਹ ਕੁਝ ਹੋਰ ਉਛਲ ਜਾਂਦਾ। ਤੇ ਜਿਹੜੇ ਗੁਰੂ ਪਾਤਸ਼ਾਹ ਜੀ ਦੇ ਘਰ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋਣ ਆਏ ਹੋਣਗੇ ਤੇ ਦਿਲੋਂ ਆਏ ਹੋਣਗੇ। ਕੱਲ੍ਹ ਮੈਂ ਸੋਚ ਰਿਹਾ ਸੀ ਬਈ ਬਾਰ-ਬਾਰ ਭਾਈ ਸਾਹਿਬ ਲਿਖਦੇ ਨੇ, ਬੜੇ ਨਗਾਰੇ ਵੱਜੇ, ਬੜੇ ਢੋਲ ਵੱਜੇ, ਬੜੀਆਂ ਨਫੀਰੀਆਂ ਵੱਜੀਆਂ, ਤਰ੍ਹਾਂ ਤਰ੍ਹਾਂ ਦੇ ਸਾਜ਼ ਵੱਜਦੇ ਰਹੇ। ਦਰਅਸਲ ਇਹ ਜਿਹੜੇ ਖੁਸ਼ੀ ਮਨਾਉਣ ਵਾਸਤੇ ਆਏ ਨੇ, ਆਪਣੇ ਆਪਣੇ ਨਗਾਰੇ ਵੀ ਲੱਗਦਾ ਨਾਲ ਹੀ ਲੈ ਕੇ ਆਏ। ਤੇ ਗੁਰੂ ਘਰ ਵਿੱਚ ਤੇ ਗੁਰੂ ਸਾਹਿਬ ਜੀ ਦੀ ਖੁਸ਼ੀ ਬਾਣੀ ਗਾ ਕੇ ਮਿਲਦੀ ਹੈ। ਬਾਣੀ ਗਾਉਂਦੇ ਰਹੇ, ਮਹਾਰਾਜ ਜੀ ਦੇ ਸ਼ਬਦ ਪੜ੍ਹਦੇ ਰਹੇ, ਆਨੰਦ ਬਰਸਦਾ ਰਿਹਾ। ਤੇ ਮਾਤਾ ਨਾਨਕੀ ਜੀਆਂ ਨੂੰ ਪਤਾ ਚੱਲਿਆ ਬਈ ਮੇਰੇ ਲਾਲ ਸ੍ਰੀ ਹਰਗੋਬਿੰਦ ਗੁਰੂ ਤੇਗ ਬਹਾਦਰ ਜੀ ਦਾ ਵੀ ਸੁਹਾਰਾ ਪੈ ਗਿਆ, ਉਹ ਵੀ ਬਹੁਤ ਖੁਸ਼ੀ ਹੋਈਆਂ। ਮਾਤ ਦਾਮੋਦਰੀ ਜੀ, ਮਾਤ ਮਰਵਾਹੀ ਜੀ, ਬਹੁਤ ਜ਼ਿਆਦਾ ਪ੍ਰਸੰਨਤਾ ਬਣੀ। ਤੇ ਫਿਰ ਕੁਝ ਦਿਨ ਠਹਿਰ ਕੇ ਮਹਾਰਾਜ ਸੱਚੇ ਪਾਤਸ਼ਾਹ ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇਗ ਲੈ ਕੇ ਆਏ। ਬਾਹਰ ਦੇ ਜਿਹੜੇ ਦੂਰ ਦਰਾਜ਼ ਦੇ ਸਿੱਖ ਨੇ ਨਾ, ਭਾਰਤ ਵਿੱਚ ਵੀ ਤੇ ਭਾਰਤ ਤੋਂ ਬਾਹਰ ਵੀ, ਉਹ ਕੋਈ ਸਾਲ ਵਿੱਚ ਇੱਕ ਵਾਰੀ, ਕੋਈ 2 ਵਾਰੀ, ਕੋਈ 4 ਵਾਰੀ ਆਉਂਦਾ ਹੈ। ਕੁਝ ਐਸੇ ਹੈ ਨੇ ਜਿਹੜੇ ਹਰ ਹਫ਼ਤੇ ਹੀ ਆ ਜਾਂਦੇ ਨੇ। ਇੰਗਲੈਂਡ ਦੇ ਇੱਕ ਸੱਜਣ ਨੇ, ਮੈਨੂੰ ਉਹਨਾਂ ਨਾਮ ਲੈਣਾ ਮਨ੍ਹਾ ਕੀਤਾ, ਪਰ ਉਹ ਹਰ ਹਫ਼ਤੇ ਹੀ ਦਰਬਾਰ ਸਾਹਿਬ ਆ ਜਾਂਦੇ ਨੇ, ਹਰ ਵੀਕਐਂਡ 'ਤੇ ਇੱਥੇ ਹੀ ਹੁੰਦੇ। ਇਹਨਾਂ ਕੁਝ ਦਿਨਾਂ ਕਰਕੇ ਥੋੜ੍ਹਾ ਜਿਹਾ ਰੁਕਾਵਟ ਪਈ ਹੋ ਸਕਦੀ ਹੈ, ਮੇਰਾ ਵੀ ਰਾਬਤਾ ਨਹੀਂ ਬਣਿਆ। ਪਰ ਜਿਹੜੇ ਲਾਗੇ ਲਾਗੇ ਰਹਿੰਦੇ ਨੇ, ਇਹ ਸਾਡੇ ਬਹੁਤ ਸਤਿਕਾਰਯੋਗ ਭਰਾਤਾ ਨੇ, ਭਾਈ ਦਿਲਬਾਗ ਸਿੰਘ ਜੀ, ਦਰਬਾਰ ਸਾਹਿਬ ਤੋਂ ਹੀ ਆਏ ਨੇ, ਅੱਜ ਪਹੁੰਚੇ ਸਵੇਰੇ। ਅਤੇ ਹੋਰ ਜਿਹੜੇ ਉੱਥੇ ਲਾਗੇ ਲਾਗੇ ਨਿਵਾਸ ਕਰਦੇ ਨੇ, ਉਹਨਾਂ ਨੂੰ ਤਾਂ ਚਾਹੀਦਾ ਬਈ 2 ਵੇਲੇ ਹੀ ਦਰਬਾਰ ਸਾਹਿਬ ਆ ਜਾਇਆ ਕਰਨ, 2 ਵੇਲੇ ਹੀ ਮਹਾਰਾਜ ਜੀ ਦੇ ਦਰਸ਼ਨ ਪਰਸਣ, ਆਨੰਦ ਪ੍ਰਾਪਤ ਕਰਨ। ਫਿਰ ਰਿਹਾ ਨਹੀਂ ਜਾਂਦਾ, ਫਿਰ ਮਨ ਰਹਿ ਨਹੀਂ ਸਕਦਾ। ਅਵਸਥਾ ਐਸੀ ਬਣ ਜਾਂਦੀ ਹੈ, ਹੋਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ। ਫਿਰ ਪ੍ਰੇਮ ਐਸਾ ਬਣ ਜਾਂਦਾ ਹੈ, ਗੁਰੂ ਕੋਈ ਕਸ਼ਿਸ਼ ਬਣਾ ਦਿੰਦਾ ਹੈ। ਇਹ ਗੁਰੂ ਨੂੰ ਹੀ ਪਤਾ ਹੈ ਕਿਵੇਂ ਬਣਦੀ ਹੈ ਤੇ ਕੌਣ ਕਿਸ ਤਰ੍ਹਾਂ ਬਣ ਸਕਦੀ ਹੈ।
दो वेले महाराज जी की देग लैके दरबार साहब जिहड़े लागे लागे वसदे हो जरूर जाया करो। कदी भी मिस ना होवे बई हुण शहर आए हाँ होर समान लैण आए हाँ ते लैके घर चले जाइए। बाजार आउंदे हो, मार्केट आउंदे हो, साजो समान लैण। अमृतसर दा गिरदो नवा सारा साजो समान श्री अमृतसर दीयां मंडियां तो ही लैंदा। किसी ने कबाड़ का भी समान लैना होवे भी जहाजगढ़ मंडी चला जाता। जरूर समान लो, साजो समान वरतों में बहार दा होर तरह तरह दा। पर एक घंटा वध कढ़ के आया करो बई दरबार साहब मत्था टेक के जाना है, देग करा के जाना है। पहले देग कराओ फिर कंमकार ते चले जाओ। कुछ दिन इस तरह करन लग पाओगे फिर थोड़ा मन नहीं करना। तुसी बार बार आखोगे हुण बिना दर्शन दीदार मन नहीं लगता। मैं साबका जथेदार श्री अकाल तख्त साहब ते इक्को ही समय वो दो पदवियां ते रहे। दरबार साहब जी दे हैड ग्रंथी ते नाल श्री अकाल तख्त साहब दे जथेदार भी रहे ਗਿਆਨੀ ਚੇਤ ਸਿੰਘ जी, ਸਿੰਘ ਸਾਹਿਬ ਗਿਆਨੀ ਚੇਤ ਸਿੰਘ जी। ਉਹਨਾਂ ਦੇ ਪਰਿਵਾਰ ਨੂੰ ਹੀ ਮੈਂ ਅੱਜ ਵੀ ਦੇਖਦਾ। ਰੋਜ਼ ਦਰਬਾਰ ਸਾਹਿਬ ਅੰਮ੍ਰਿਤ ਵੇਲੇ ਦੇਗ ਲੈ ਕੇ ਆ ਜਾਂਦੇ। ਇੱਕ ਦਫਾ ਸਮਾਗਮ ਸੀ ਕਿਧਰੇ ਦੂਰ ਗਏ ਹੋਏ, ਮੇਰੇ ਖਿਆਲ ਇੰਦੌਰ ਦੀ ਗੱਲ ਹੈ। ਮਸਕੀਨ ਜੀ ਨੂੰ ਕਹਿਣ ਲੱਗੇ ਸਿੰਘ ਸਾਹਿਬ ਬਈ ਮਸਕੀਨ ਜੀ ਮੇਰੀ ਜਹਾਜ਼ ਦੀ ਟਿਕਟ ਕਰਾ ਦਿਓ, ਮੈਂ ਛੇਤੀ ਪਹੁੰਚਣਾ ਦਿੱਲੀੋਂ ਅੱਗੇ, ਦਿੱਲੀ ਤੱਕ ਜਹਾਜ਼ ਦੀ ਕਰਾ ਦਿਓ। ਉਹਨਾਂ ਦਿਨਾਂ ਵਿੱਚ ਅੰਮ੍ਰਿਤਸਰ ਏਅਰਪੋਰਟ 'ਤੇ ਏਅਰ ਕਨੈਕਟੀਵਿਟੀ ਨਹੀਂ ਸੀ, ਅੱਜ ਹੈ। ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿ ਤੁਸੀਂ ਜਲਦੀ ਜਾਣਾ ਚਾਹੁੰਦੇ ਹੋ, ਕੋਈ ਸਮਾਗਮ ਹੈ ਅੱਗੇ, ਸਮਾਗਮ ਵਿੱਚ ਜਾਣਾ ਹੈ? ਤੇ ਸਿੰਘ ਸਾਹਿਬ ਗਿਆਨੀ ਚੇਤ ਸਿੰਘ ਜੀ ਆਖਣ ਲੱਗੇ, ਹਾਂ ਰੋਜ਼ ਹੀ ਸਮਾਗਮ ਹੈ ਗੁਰੂ ਰਾਮਦਾਸ ਦੇ ਘਰ, ਹੋਰ ਬਾਹਰ ਤੇ ਕੋਈ ਸਮਾਗਮ ਨਹੀਂ ਹੈ, ਉੱਥੇ ਹੀ ਜਾਣਾ ਹੈ, ਉੱਥੇ ਹੀ ਪਹੁੰਚਣਾ। ਤੇ ਮੈਂ ਕਿਹਾ ਫਿਰ ਤੇ ਤੁਸੀਂ ਰੋਜ਼ ਉੱਥੇ ਹੀ ਰਹਿੰਦੇ ਹੋ, ਫਿਰ ਜਲਦੀ ਜਾਣ ਦੀ ਕੀ ਲੋੜ ਹੈ, 2 ਦਿਨ ਬਾਅਦ ਪਹੁੰਚ ਜਾਓ। ਆਖਣ ਲੱਗੇ, ਭੁਚੰਗੀਆ ਤੈਨੂੰ ਅਜੇ ਪਤਾ ਨਹੀਂ ਹੈ, ਉੱਥੇ ਜਿਸ ਦਿਨ ਦੀ ਸੇਵਾ ਸ਼ੁਰੂ ਹੋਈ ਹੈ ਹੁਣ ਉੱਥੇ ਰਹਿਣ ਤੋਂ ਬਿਨਾਂ, ਜਾਣ ਤੋਂ ਬਿਨਾਂ ਮਨ ਹੀ ਨਹੀਂ ਲੱਗਦਾ, ਮਨ ਹੀ ਉਦਾਸ ਹੋ ਜਾਂਦਾ। ਥੋੜ੍ਹਾ ਜਿਹਾ ਕਰਕੇ ਦੇਖੋ, ਮਹਾਰਾਜ ਜੀ ਦੇ ਘਰ ਰੋਜ਼ ਆਓ, ਰੋਜ਼ ਦਰਸ਼ਨ ਕਰੋ, ਫਿਰ ਕੁਝ ਦਿਨ ਬਾਅਦ ਮਨ ਨਹੀਂ ਲੱਗੇਗਾ ਤੇ ਅਵਸਥਾ ਐਸੀ ਬਣ ਜਾਏਗੀ, ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹਿ ਵਹਿ ਚੱਲੇ ਜੀਓ। ਸਾਧਨ ਆਉਣ ਜਾਣ ਦਾ ਗੁਰੂ ਆਪ ਬਣਾ ਦਿੰਦਾ, ਗੁਰੂ ਆਪੇ ਹੀ ਦੇ ਦਿੰਦਾ ਵੀ ਇਹਦਾ ਆਉਣਾ ਜਾਣਾ ਬਣਿਆ ਰਹੇ। ਮਹਾਰਾਜ ਸਵਯੰ ਆਪ ਦੇਗ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ, ਫਿਰ ਦੇਗ ਲੈ ਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹਰਿਮੰਦਰ ਸਾਹਿਬ। ਇਸ ਤਰ੍ਹਾਂ ਖੁਸ਼ੀਆਂ ਕਈ ਗੁਣਾ ਵੱਧ ਗਈਆਂ। ਸਭ ਰਿਸ਼ਤੇਦਾਰ ਸੰਬੰਧੀ ਨਿਕਟਵਰਤੀ ਖੁਸ਼ੀਆਂ ਲੈ ਕੇ ਮਹਾਰਾਜ ਕੋਲੋਂ ਰਵਾਨਾ ਹੋਏ। ਤੇ ਇਸ ਤਰ੍ਹਾਂ ਵਿਆਹ ਦੀ ਕਥਾ ਪੂਰੀ ਹੋ ਗਈ। ਇਤਨਾ ਆਪਨੇ ਸਰਵਣ ਕੀਤਾ, ਭਈ ਵਿਆਹ ਕੀ ਗਾਥਾ ਪੂਰੀ, ਸੁਣੋ ਸਿੱਖ ਆਗੇ ਜੇ ਮਰੂਰੀ। ਅੱਗੋਂ ਜੋ ਸੋਹਣੀ ਕਥਾ ਹੈ ਭਾਈ ਸਾਹਿਬ ਜੀ ਕਹਿੰਦੇ ਨੇ ਉਹ ਸਰਵਣ ਕਰੋ। आओ सारे मिल के सरवण करिए पेशतर। एक बारी गज के आखो धन गुरु हरगोबिंद साहिब जी महाराज। एक बारी फिर सारे आखो जी धन गुरु हरगोबिंद साहिब जी महाराज। गयो नारायण दास सुबाम। ऐसे तरह भाई नारायण दास जी भी अपनी पत्नी समेत महाराज जी कोलों खुशियां लैके ते
ਤੇ ਰੁਖਸਤ ਹੋਏ ਹਨ। ਦੁਆਰਾ ਭਾਗਨ ਗਮਨੇ ਧਾਮ। ਭਾਈ ਦੁਆਰਾ ਤੇ ਉਹਨਾਂ ਦੇ ਘਰੋਂ ਬੀਬੀ ਭਾਗਣ ਜੀ, ਉਹ ਵੀ ਵੱਡਿਆਂ ਭਾਗਾਂ ਵਾਲੇ, ਮਹਾਰਾਜ ਜੀ ਦੇ ਕੋਲੋਂ ਖੁਸ਼ੀਆਂ ਲੈ ਕੇ ਘਰ ਨੂੰ ਪਰਤੇ। ਰਾਮਾ ਪਹੁੰਚਿਓ ਨਗਰ ਬਟਾਲੇ। ਔਰ ਇਸ ਤਰ੍ਹਾਂ ਭਾਈ ਰਾਮਾ ਜੀ ਬਟਾਲੇ ਨਗਰ ਤੋਂ ਆਏ ਸਨ, ਉਹ ਬਟਾਲੇ ਵਾਪਸ ਗਏ। ਤ੍ਰਿਹਣ ਕੁਲ ਖਡੂਰ ਕੋ ਚਾਲੇ। ਇਸ ਤਰ੍ਹਾਂ ਤ੍ਰਿਹਣ ਕੁਲ ਗੁਰੂ ਅੰਗਦ ਦੇਵ ਜੀ ਦੇ ਵੰਸ਼ਜ ਸਾਹਿਬਜ਼ਾਦੇ, ਸਾਰਾ ਪਰਿਵਾਰ, ਉਹ ਸਾਰੇ ਸ੍ਰੀ ਖਡੂਰ ਸਾਹਿਬ ਵੱਲ ਆਪਣੇ ਨਿਵਾਸ ਤੇ ਰਵਾਨਾ ਹੋਏ। ਗੋਇੰਦਵਾਲ ਗਏ ਸੁਖ ਪਾਏ। ਤੇ ਭੱਲੇ ਖਾਨਦਾਨ ਦੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਵੰਸ਼ਜ ਜੋ ਗੋਇੰਦਵਾਲ ਸਾਹਿਬ, ਗੋਬਿੰਦਵਾਲ ਗੋਬਿੰਦਪੁਰੀ ਸਮ, ਜਲਣ ਤੀਰ ਵਿਪਾਸ ਬਨਾਇਓ, ਗਇਓ ਦੁਖ ਦੂਰ ਬਰਖਨ ਕੋ, ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਉਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੁਲ ਰਤਨ, ਉਹ ਗੋਬਿੰਦਵਾਲ ਲਈ ਰਵਾਨਾ ਹੋਏ। ਧਰਮਾ ਆਪਣੇ ਸਦਨ ਸਿਧਾਏ। ਭਾਈ ਧਰਮਾ ਜੀ ਪਰਿਵਾਰ ਸਮੇਤ ਆਪਣੇ ਘਰ ਨੂੰ ਆਗਿਆ ਲੈ ਕੇ ਰਵਾਨਾ ਹੋ ਗਏ। ਰਾਮ ਜੁਤਗਾ ਸਾਈ ਦਾਸ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੰਢੂ ਭਾਈ ਸਾਈਂ ਦਾਸ ਜੀ, ਉਹਨਾਂ ਦੀ ਸੁਪਤਨੀ ਭਾਗਸ਼ਾਲੀ ਆਤਮਾ, ਗੁਰੂ ਦਰੋਂ ਨਿਵਾਜੇ ਹੋਏ ਹਿਰਦੇ ਬੀਬੀ ਭਾਈ ਸਾਈਂ ਦਾਸ ਜੀ ਤੇ ਬੀਬੀ ਰਾਮੋ ਜੀ, ਇਹ ਆਪਣੇ ਘਰ ਵੱਲ ਰਵਾਨਾ ਹੋਏ। ਅਪਰ ਸਕਲ ਚਲ ਪਹੁੰਚ ਆਵਾਸ। ਹੋਰ ਵੀ ਸਾਰੀਆਂ ਸੰਗਤਾਂ ਮਹਾਰਾਜ ਕੋਲੋਂ ਖੁਸ਼ੀਆਂ ਲੈ ਕੇ, ਪ੍ਰਸੰਨਤਾ ਦੀ ਦਾਤ ਝੋਲੀ 'ਚ ਪਵਾ ਕੇ, ਅੰਗ ਸੰਗ ਸਹਾਇਤਾ ਹੋਵੇ, ਇਹ ਬਚਨ ਪ੍ਰਾਪਤ ਕਰਕੇ ਆਪਣੇ ਆਪਣੇ ਨਿਵਾਸ ਸਥਾਨਾਂ ਨੂੰ ਚਾਲੇ ਪਾਏ। ਜਥਾ ਜੋਗ ਦੈ ਦੈ ਉਪਹਾਰ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਖੁਸ਼ੀਆਂ ਦੇ ਉਪਹਾਰ ਦੇ ਕੇ ਤੋਰਿਆ। ਗੁਰੂ ਦੇ ਘਰ ਆਉਣ ਨਾਲ ਉਪਹਾਰ ਮਿਲਦੇ ਨੇ। ਉਪਹਾਰ ਮਤਲਬ ਗਿਫਟ ਮਿਲਦੇ ਨੇ। ਕਿਸੇ ਨੂੰ ਨਿਤਨੇਮ ਦੀ ਦਾਤ ਪ੍ਰਾਪਤ ਹੋ ਗਈ, ਗਿਫਟ ਮਿਲ ਗਿਆ, ਤੋਹਫਾ ਮਿਲ ਗਿਆ। ਇਸ ਤੋਂ ਵੱਡਾ ਤੋਹਫਾ ਕੋਈ ਨਹੀਂ। ਨਹੀਂ ਤੇ ਬੜੀ ਵਾਰੀ ਦੇਖਿਆ ਗੁਰੂ ਮਹਾਰਾਜ ਦੇ ਕੋਲ ਵਸਣ ਵਾਲੇ ਵੀ ਨਿਤਨੇਮ ਤੋਂ ਝੋਲੀ ਨੂੰ ਖਾਲੀ ਰੱਖਦੇ ਨੇ। ਨਿਤਨੇਮ ਦੀ ਦਾਤ ਝੋਲੀ 'ਚ ਨਹੀਂ ਪੈਂਦੀ, ਜੀਵਨ ਨਹੀਂ ਬਣਦਾ। ਫਿਰ ਉਹਨਾਂ ਦੇ ਜੀਵਨ ਤੋਂ ਪਤਾ ਲੱਗ ਜਾਂਦਾ, ਇੱਧਰ ਦੀਆਂ ਗੱਲਾਂ ਉੱਧਰ, ਉੱਧਰ ਦੀਆਂ ਗੱਲਾਂ ਇੱਧਰ, ਔਰ ਸਹੁਰੇ ਧੜੇ ਬਣਾਉਣ 'ਤੇ ਲੱਗੇ ਰਹਿੰਦੇ ਦਿਨ ਰਾਤ। ਇਹਦਾ ਮਤਲਬ ਹੈ ਨਿਤਨੇਮ ਨਾਲੋਂ ਜੀਵਨ ਟੁੱਟਿਆ ਹੋਇਆ। ਸਰਬੱਤ ਦੇ ਭਲੇ ਦਾ ਅੰਦਰੋਂ ਭਾਵ ਮੁੱਕ ਜਾਂਦਾ ਹੈ ਤੇ ਹਿਰਦੇ ਦੀ ਹਾਲਤ ਇਹ ਬਣ ਜਾਂਦੀ ਹੈ ਵੀ ਸਭੇ ਜੋਗੀ ਮਰਨ ਤੇ ਮੇਰਾ ਖਪਰਾ ਭਰਨਾ। ਬਸ ਮੇਰਾ ਖਪਰਾ ਭਰ ਜਾਏ, ਹੋਰ ਕੋਈ ਰਵੇ ਨਾ ਰਵੇ। ਇਸ ਤਰ੍ਹਾਂ ਨਿਤਨੇਮ ਨਾਲੋਂ ਟੁੱਟੇ ਹੋਏ ਲੋਕ ਕਰਦੇ ਹੋਏ ਦਿਖਾਈ ਪੈਂਦੇ। ਹੋਰ ਬੜੇ ਬੜੇ ਅਨਰਥ ਕਰ ਜਾਂਦੇ ਨੇ। ਬੜੀਆਂ ਬੜੀਆਂ ਗੁਰਮਤਿ ਦੇ ਖਿਲਾਫ ਘਟਨਾਵਾਂ ਉਹਨਾਂ ਨੂੰ ਕਰਦੇ ਹੋਏ ਦੇਖਿਆ ਜਾ ਸਕਦਾ। ਤੇ ਕਾਰਨ ਕੀ ਹੈ? ਸਿਰਫ ਇਹ ਹੈ ਬਈ ਨਿਤਨੇਮ ਨਾਲੋਂ ਟੁੱਟੇ ਹੋਏ ਨੇ। ਜਿਵੇਂ ਅੰਗਰੇਜ਼ੀ ਦਾ ਇੱਕ ਮੁਹਾਵਰਾ ਹੈ ਨਾ, ਨੀਅਰ ਟੂ ਚਰਚ ਫਰਦਰ ਟੂ ਗੋਡ। ਘਰ ਤੇ ਬਿਲਕੁਲ ਚਰਚ ਦੇ ਨੇੜੇ ਹੈ, ਪਰ ਰੱਬ ਨਾਲ ਨੇੜਤਾ ਨਸੀਬ ਨਹੀਂ ਹੋਈ, ਦੂਰੀ ਬਣੀ ਰਹੀ। ਕਈ ਇਸ ਤਰ੍ਹਾਂ ਦੇ ਤੁਹਾਨੂੰ ਸਾਰੇ ਹੀ ਧਰਮਾਂ 'ਚ ਮਿਲ ਜਾਣਗੇ, ਸਾਡੇ ਵਿੱਚ ਵੀ ਮਿਲ ਜਾਣਗੇ, ਜਿਹੜੇ ਰਹਿੰਦੇ ਗੁਰਦੁਆਰੇ ਹੀ ਨੇ ਪਰ ਗੁਰੂ ਦੇ ਨੇੜੇ ਕਦੀ ਨਹੀਂ ਗਏ। ਅੰਦਰ ਸਾਜ਼ਿਸ਼ਾਂ, ਅੰਦਰ ਵਿਰੋਧ, ਅੰਦਰ ਵੈਰ, ਹੰਕਾਰ ਤੇ ਦਿਨ ਰਾਤ ਧੜੇਬਾਜ਼ੀ ਵਿੱਚ ਪਏ ਹੋਏ ਦਿਖਾਈ ਪੈਂਦੇ। ਸਮਝੋ ਜਿਹੜਾ ਤੋਹਫਾ ਗੁਰੂ ਦੇਣਾ ਚਾਹ ਰਿਹਾ ਉਹ ਨਹੀਂ ਲੈ ਰਹੇ, ਝੋਲੀ ਨਹੀਂ ਫੈਲਾ ਰਹੇ। ਤੇ ਜਦ ਨਿਤਨੇਮ ਦੀ ਬਰਕਤ, ਜਾਪ ਦੀ ਵਡਿਆਈ ਝੋਲੀ 'ਚ ਪੈ ਜਾਂਦੀ ਹੈ ਤੇ ਫਿਰ ਇੱਕ ਅੰਦਰ ਅਵਸਥਾ ਬਿਲਟ ਹੁੰਦੀ ਹੈ, ਇੰਟਰਨਲੀ ਬਿਲਟ ਹੁੰਦੀ ਹੈ। ਔਰ ਉਸ ਦੀ ਮਹਾਰਾਜ ਬਾਣੀ ਦੁਆਰਾ ਵਿਆਖਿਆ ਕਰਦੇ ਨੇ, ਕਹਿੰਦੇ ਨੇ ਸਭ ਕੋ ਮੀਤ ਹਮ ਆਪਨ ਕੀਨਾ,
हम सबना के साजन दूर परायो मन का बिरहा ਤਾਂ ਮੇਲ ਕੀਓ ਮੇਰੇ ਰਾਜਨ। ਇਸ ਤਰ੍ਹਾਂ ਦੇ ਸ਼ੁਭ ਗੁਣਾਂ ਦੇ ਗਿਫਟ ਉਪਹਾਰ ਝੋਲੀ 'ਚ ਪਵਾ ਕੇ ਪ੍ਰਸਾਦ ਲੈ ਕੇ ਮਹਾਰਾਜ ਕੋਲੋਂ ਆਪਣੇ ਆਪਣੇ ਘਰ ਨੂੰ ਰਵਾਨਾ ਹੋਏ। ਕਰੇ ਵਿਸਰਜਨ ਗੁਰੂ ਉਦਾਰ। ਬਹੁਤ ਉਦਾਰ ਹਿਰਦਾ ਰੱਖਣ ਵਾਲੇ, ਵਿਸ਼ਾਲ ਦਾਤਾਂ ਦੇਣ ਵਾਲੇ, ਦਲ ਭੰਜਨ ਗੁਰੂ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ ਸਾਹਿਬ ਜੀ ਨੇ ਸਭ ਨੂੰ ਵਿਸਰਜਨ ਵਿਦਾ ਕੀਤਾ। ਸਾਧੂ ਅਰ ਭਾਨਾ ਦ્વੈ ਪਾਸ। ਤੇ ਭਾਈ ਸਾਧੂ ਜੀ ਤੇ ਭਾਈ ਭਾਨਾ ਜੀ, ਭਾਨਾ ਜੀ ਬਾਬਾ ਬੁੱਢਾ ਜੀ ਦੇ ਵੰਸ਼ਜ ਹਨ। ਰਾਖੇ ਕਹਿ ਕਰ ਗੁਰ ਸੁਖ ਰਾਸ। ਸਾਰੇ ਸੁੱਖਾਂ ਦਾ ਮੂਲ ਦਾਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਭਾਈ ਸਾਧੂ ਜੀ ਨੂੰ ਤੇ ਭਾਈ ਭਾਨਾ ਜੀ ਨੂੰ ਕਿਹਾ ਤੁਸੀਂ ਥੋੜ੍ਹੇ ਦਿਨ ਹੋਰ ਰਹੋ। ਮਹਾਰਾਜ ਜੀ ਦਾ ਵੀ ਐਸਾ ਮਨ ਕਰਦਾ ਹੈ, ਜਿਵੇਂ ਬੱਚੇ ਦਾ ਮਨ ਕਰਦਾ ਹੈ ਨਾ ਬਈ ਮਾਂ ਦੀ ਗਲਵੱਕੜੀ ਪਾ ਲਏ, ਮਾਂ ਦੀ ਗਰਦਨ ਨਾਲ ਚੰਬੜ ਜਾਏ, ਗੱਲ ਲੱਗ ਜਾਏ। ਤੇ ਸੱਚ ਜਾਣਨਾ ਮਾਂ ਦਾ ਵੀ ਮਨ ਕਰਦਾ ਹੈ ਬਈ ਬੱਚਾ ਮੇਰੀ ਗਲਵੱਕੜੀ 'ਚ ਆ ਜਾਏ। ਬੱਚਾ ਵੀ ਨਹੀਂ ਛੱਡਣਾ ਚਾਹੁੰਦਾ, ਮਾਂ ਵੀ ਨਹੀਂ ਛੱਡਣਾ ਚਾਹੁੰਦੀ। ਜ਼ਰਾ ਅੱਖੋਂ ਇੱਧਰ ਉੱਧਰ ਹੋ ਜਾਏ ਨਾ ਮਾਂ ਤੜਪ ਪੈਂਦੀ। ਤੇ ਸੱਚ ਜਾਣਨਾ ਆਪ ਜਦ ਪ੍ਰਤੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਿਚਰਦੇ ਪਏ ਨੇ, ਜੇ ਥੋੜ੍ਹੀ ਜਿਹੀ ਭਾਵਨਾ ਬਣ ਜਾਏ ਦਿਖ ਵੀ ਜਾਂਦਾ। ਸੁਭਾਗੇ ਦੀਦਾਰ ਦੀ ਝਲਕ ਬੜਿਆਂ ਨੂੰ ਮਿਲ ਜਾਂਦੀ। ਉਹ ਪੜਦੇ ਨਾਲ ਹੌਲੀ ਜਿਹੀ ਕਹਿ ਵੀ ਜਾਂਦੇ ਨੇ ਬਈ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਝਲਕ ਮਿਲੀ। ਸਤਿਗੁਰੂ ਪ੍ਰਤੱਖ ਵਰਤਦੇ ਪਏ ਨੇ, ਕੋਈ ਦੋ ਰਾਏ ਨਹੀਂ। ਖੈਰ ਮਹਾਰਾਜ ਜਿਸ ਨੂੰ ਸਮੱਤ ਬਖਸ਼ਣ ਉਸ ਨੂੰ ਇਹ ਸੁਭਾਗ ਪ੍ਰਾਪਤ ਹੁੰਦਾ। ਇਹ ਵਡਿਆਈਆਂ ਦੀ ਦਾਤ ਝੋਲੀ ਵਿੱਚ ਪੈ ਜਾਂਦੀ ਤੇ ਮਹਿਮਾ ਬਣ ਜਾਂਦੀ ਹੈ। ਤੇ ਪਤਾ ਲੱਗਦਾ ਹੈ ਸਾਰੇ ਸੁੱਖਾਂ ਦੇ ਰਾਸ ਸਤਿਗੁਰੂ ਪਾਤਸ਼ਾਹ ਆਪ ਨੇ। ਤੇ ਫਿਰ ਜਦ ਸਿੱਖ ਜਾਣ ਲੱਗਦਾ ਹੈ ਨਾ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਥੋੜ੍ਹੀ ਦੇਰ ਹੋਰ ਵੀ ਮੇਰੇ ਕੋਲ ਰੁਕ ਜਾ। ਇਹ ਗੱਲ ਤਾਂ ਮੈਂ ਪ੍ਰਤੱਖ ਹੀ ਦੇਖੀ, ਕੱਲ੍ਹ ਦੀ ਅਜੇ ਗੱਲ ਹੈ। ਭਾਈ ਜਗਜੀਤ ਸਿੰਘ ਗੋਲਾ ਤੋਂ, ਮਿਰਜ਼ਾਪੁਰ ਯੂਪੀ ਤੋਂ, ਭਾਈ ਰਛਪਾਲ ਸਿੰਘ ਜੀ ਬੰਡੇ ਵਾਲੇ, ਭਾਈ ਹਰਵਿੰਦਰ ਸਿੰਘ ਜੀ ਹੈਪੀ ਦਰਸ਼ਨ ਮੋਟਰ ਸ਼ਾਹਜਹਾਨਪੁਰ ਵਾਲੇ, ਸਤਿਕਾਰਯੋਗ ਖਾਲਸਾ ਭੈਣ ਜੀ ਬੀਬੀ ਇੰਦਰਜੀਤ ਕੌਰ ਜੀ ਔਰ ਹੋਰ ਸਹਿਯੋਗੀਆਂ ਦੇ ਸਹਿਯੋਗ ਨਾਲ ਕੋਈ 350 ਕੁਇੰਟਲ ਕਣਕ ਪਰਸੋਂ ਲੈ ਕੇ ਆਏ ਸੀ। ਤੇ ਉਹਨਾਂ ਦੀ ਸਵੇਰ ਦੀ ਟ੍ਰੇਨ ਸੀ ਤੇ ਮੇਰੇ ਕੋਲ ਆ ਗਏ 11 ਵਜੇ। ਆ ਕੇ ਜਲ ਪਾਣੀ ਛਕਿਆ, ਨਾਸ਼ਤਾ ਪਾਣੀ ਕੀਤਾ ਤੇ ਮੈਨੂੰ ਕਹਿਣ ਲੱਗੇ ਸਾਡੀ ਟ੍ਰੇਨ ਹੈਗੀ। ਮੈਂ ਕਿਹਾ ਦਿਖਾਓ ਟਿਕਟ। ਟਿਕਟ ਦਿਖਾਈ ਤੇ ਟ੍ਰੇਨ 10 ਵਜੇ। ਤੇ ਮੈਂ ਕਿਹਾ ਗੁਰੂ ਸਾਹਿਬ ਨੇ ਤੁਹਾਨੂੰ ਇੱਕ ਦਿਨ ਹੋਰ ਰੋਕ ਲਿਆ, ਤੁਹਾਨੂੰ ਨਹੀਂ ਪਤਾ ਲੱਗਣ ਦਿੱਤਾ ਵੀ ਟ੍ਰੇਨ ਕਦੋਂ ਦੀ। ਉਹਨਾਂ ਦੇ ਨੇਤਰਾਂ 'ਚ ਵੀ ਮੈਂ ਉਹ ਸ਼ਰਧਾ ਦੇਖੀ। ਸਤਿਗੁਰੂ ਦਾ ਵੀ ਮਨ ਕਰਦਾ ਵੀ ਸਿੱਖ ਹੋਰ ਰਹੇ, ਹੋਰ ਜ਼ਿਆਦਾ ਮੇਰੇ ਕੋਲ ਆਏ। ਕੁਝ ਲੋਕ ਕਹਿੰਦੇ ਨੇ ਵੀ 60 ਸਾਲ ਤੱਕ ਮਹਾਰਾਜ ਉਡੀਕਦੇ ਨੇ, ਐਸਾ ਨਹੀਂ, ਸਦਾ ਹੀ ਉਡੀਕਦੇ ਨੇ, ਸਦਾ ਹੀ ਉਡੀਕਦੇ ਨੇ ਸਿੱਖ ਹੁਣ ਆ ਜਾਏ, ਹੁਣ ਆ ਜਾਏ। ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡਾ ਇੰਤਜ਼ਾਰ ਕਰਦੇ ਨੇ। ਤੇ ਫਿਰ ਮਹਾਰਾਜ ਚਾਹੁੰਦੇ ਨੇ 1-2 ਦਿਨ ਹੋਰ ਵੀ ਰਹਿ ਜਾਓ, ਹੋਰ ਵੀ ਕੋਲ ਬੈਠੋ। ਜਿਨ੍ਹਾਂ ਨਾਲ ਬਹੁਤ ਮਹਾਰਾਜ ਜੀ ਦਾ ਪ੍ਰੇਮ ਹੈ, ਭਾਈ ਭਾਨਾ ਜੀ, ਭਾਈ ਸਾਧੂ ਜੀ, ਉਹਨਾਂ ਨੂੰ ਮਹਾਰਾਜ ਨੇ ਕਿਹਾ ਵੀ ਤੁਸੀਂ ਹੋਰ ਥੋੜ੍ਹੇ ਦਿਨ ਸਾਡੇ ਕੋਲ ਰੁਕ ਜਾਓ। ਆਪਨ ਪੁੱਤਰ ਕੀ ਜਾਨ ਸਗਾਈ। ਆਪਣੇ ਪੁੱਤਰ ਦੀ ਸਗਾਈ ਜਾਣ ਕਰਕੇ ਰਿਤੇ ਨਾਨਕੀ ਬਹੁ ਹਰ ਖਾਈ। ਧੰਨ ਧੰਨ ਮਾਤਾ ਨਾਨਕੀ ਜੀ, ਗੁਰੂ ਤੇਗ ਬਹਾਦਰ ਜੀ ਦੇ ਮਾਤਾ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਨਨੀ ਮਾਤਾ ਗੁਜਰੀ ਜੀ ਤੇ ਗੁਰੂ ਤੇਗ ਬਹਾਦਰ ਜੀ ਦੇ ਜਨਨੀ ਮਾਤਾ ਨਾਨਕੀ ਜੀ। ਧੰਨ ਜਨਨੀ ਜਿਨ ਜਾਇਆ, ਧੰਨ ਪਿਤਾ ਪ੍ਰਧਾਨ। ਉਹ ਬੜੇ ਖੁਸ਼ ਹੋਏ
ਕਿ ਮੇਰੇ ਲਾਲ ਦੀ ਸਗਾਈ ਕਰਕੇ ਆਏ ਹਨ। ਸਾਦਰ ਤੇਗ ਬਹਾਦਰ ਹੀ ਰਹਿ। ਤੇ ਬੜੇ ਸਤਿਕਾਰ ਨਾਲ, ਕੋਈ ਵੱਖਰੀ ਹੀ ਦ੍ਰਿਸ਼ਟੀ ਹੈ, ਮੋਹ ਵੀ ਹੈ, ਮਮਤਾ ਵੀ ਹੈ ਤੇ ਸਤਿਕਾਰ ਵੀ ਹੈ। ਉਹਨਾਂ ਨੂੰ ਲੱਗਦਾ ਮਾਤਾ ਨਾਨਕੀ ਜੀ ਨੂੰ ਵੀ ਇਹ ਗੁਰਤਾ ਗੱਦੀ ਦੇ ਲਾਇਕ ਹੈਗੇ। ਜਿਸ ਤਰ੍ਹਾਂ ਦਾ ਸੁਭਾਅ ਹੈ, ਘਰੋਂ ਨਵੇਂ ਬਸਤਰ ਰੋਜ਼ ਪਹਿਨਾ ਕੇ ਬਾਹਰ ਭੇਜਦੇ ਨੇ, ਤੇ ਗੁਰੂ ਤੇਗ ਬਹਾਦਰ ਸਾਹਿਬ ਲੋੜਵੰਦ ਆਪਣੇ ਬਾਲਕਾਂ ਵਿੱਚ ਨਵੇਂ ਬਸਤਰ ਦੇ ਕੇ ਆ ਜਾਂਦੇ ਨੇ। ਸੁਭਾਅ ਰਿਹਾ ਦੇਣ ਦਾ। ਮੈਨੂੰ ਕੋਈ ਸੱਜਣ ਕਹਿਣ ਲੱਗੇ ਵੀ ਇਹ ਮਹਾਰਾਜ ਨੇ ਕੀ ਕੀਤਾ, ਕੰਗਣ ਗੰਗਾ 'ਚ ਪਾ ਦਿੱਤੇ। ਫਿਰ ਮੈਂ ਕਿਹਾ ਪਹਿਲੇ ਜਾਮੇ 'ਚ ਵੀ ਇਹ ਸੁਭਾਅ ਸੀ ਮਹਾਰਾਜ ਦਾ। ਇੱਕ ਦਿਨ ਬਾਬਾ ਕਾਲੂ ਜੀ ਆਪਣੀ ਸ਼ੇਰਵਾਨੀ ਲੱਭ ਰਹੇ ਸਨ, ਜਿਹੜੀ ਗਲ 'ਚ ਪਾਈ ਦੀ ਨਾ ਅਚਕਨ, ਉਹ ਲੱਭ ਰਹੇ ਸਨ। ਤੇ ਮਾਂ ਤ੍ਰਿਪਤਾ ਜੀ ਨੂੰ ਕਹਿਣ ਲੱਗੇ, ਭਾਗਵਾਨੇ ਅਸਾਂ ਇਹ ਥਾਂ ਸ਼ੇਰਵਾਨੀ ਬਣਵਾਏ ਕਰ ਰੱਖੀ ਆਹੀ, ਤੇ ਨਾਲ ਪਾਵਣ ਕੋ ਇੱਕ ਸੋਨੇ ਕੀ ਅੰਗੂਠੀ ਵੀ ਰੱਖੀ ਆਈ, ਨਵੀਂ ਬਣਵਾਈ, ਕੋਈ ਵਿਆਹ ਸੀ ਉਹਦੇ ਜਾਣਾ ਸੀ, ਪਰ ਮਿਲਦੀ ਨਹੀਂ ਪਈ। ਮਾਤਾ ਜੀਆਂ ਨੇ ਵੀ ਦੇਖਿਆ, ਮਾਂ ਤ੍ਰਿਪਤਾ ਜੀ ਨੇ, ਬਈ ਮੈਂ ਮਦਦ ਕਰ ਦੇਵਾਂ। ਸੰਦੂਖ ਦੇਖਿਆ, ਨਾ ਮਿਲੀ। ਅੰਗੂਠੀ ਦੀ ਭਾਲ ਕੀਤੀ, ਕਿੱਥੇ ਰੱਖੀ ਸੀ? ਰੱਖੀ ਤਾਂ ਇੱਥੇ ਪ੍ਰਸੱਤੀ ਤੇ ਹੀ ਸੀ। ਫਿਰ ਵੀ ਇੱਧਰ ਉੱਧਰ ਦੇਖਿਆ, ਨਾ ਮਿਲੀ। ਤੇ ਗੁਰੂ ਨਾਨਕ ਦੇਵ ਆਖਣ ਲੱਗੇ, ਹੋਵੇ ਬਾਪੂ ਭਾਲ ਨਾ ਕਰੀਏ, ਅਸਾਂ ਵੰਡ ਛੱਡੀ ਆ। ਇਕੜਾ ਫਕੀਰ ਅਚਰੀ ਆਹ, ਤੇ ਉਸ ਦੂਰ ਜਾਣਾ ਹੈ, ठंड का मौसम है, असा शेरवानी उसको पैरन को और अंगूठी रस्ते के खर्च को दे छड़िया है। ये सुभाव ते मुढ़ कदीमां दा है देण दा। गुरु नानक खुद सोना वंडदे रहे, ते 10वें जामे तक तो ये सुभाव इतना पक गया कि जेड़ा दुश्मन भी आया, जे तीर भी मारना पिया तो सोना ला के ही मारे। बई जे मर जाए तो कफन दफन दे काम आ जाए, जे बच जाए तो इलाज हो जाए। ये मुढ़ कदीमां दा सुभाव चलिया आउंदा। महाराज सब नूं बरकतां वंड वंड के, ये कोई अगम्मी सुभाव है। सत्कार नाल भी देखते ने, भी बाहर जाते ने ते बस्तर लोड़वंदां विच वंड के आ जाते। ਅਸੀਂ ਗੁਰੂ ਕੋਲੋਂ ਪਦਾਰਥ ਮੰਗਦੇ ਹਾਂ ਤੇ ਕਈ ਵਾਰੀ ਮਿਲਦੇ ਨੇ, ਕਈ ਵਾਰੀ ਨਹੀਂ ਵੀ ਮਿਲਦੇ। ਹੁਣ ਪਦਾਰਥ ਮੰਗਣਾ ਛੱਡ ਕੇ ਨਾ, ਤੇ ਮਹਾਰਾਜ ਕੋਲੋਂ ਇਹ ਮੰਗਿਆ ਕਰੀਏ ਵੀ ਮਹਾਰਾਜ ਵੰਡਣ ਵਾਸਤੇ ਦੇ, ਮਹਾਰਾਜ ਦਾਨ ਕਰਨ ਦਾ ਸੁਭਾਅ ਦੇ, ਲੋੜਵੰਦਾਂ ਦੀ ਲੋੜ ਪੂਰੀ ਕਰਨ ਦਾ ਸੁਭਾਅ ਦੇ, ਇਹ ਮੰਗਣਾ ਚਾਹੀਦਾ। ਤੇ ਸਾਧ ਸੰਗਤ ਫਿਰ ਦੋਵੇਂ ਕੰਮ ਹੋ ਗਏ ਨਾ, ਵੰਡਣਾ ਵੀ ਹੋ ਗਿਆ ਤੇ ਮਿਲੇਗਾ ਤੇ ਵੰਡੋਗੇ ਨਾ। ਸਵਾਰਥ ਮੁੱਕ ਜਾਏ ਤੇ ਨਿਰਸਵਾਰਥ ਤੇ ਪਰਸਵਾਰਥ ਆ ਜਾਏ, ਫਿਰ ਗੁਰੂ ਦੀ ਮਹਿਮਾ ਬਣ ਜਾਂਦੀ ਹੈ। ਮਾਤਾ ਜੀ ਦੇਖਦੇ ਪਏ ਨੇ ਬੜੇ ਸਤਿਕਾਰ ਨਾਲ ਵੀ, ਬਈ ਰੋਜ਼ ਨਵੇਂ ਬਸਤਰ ਦਿੰਦੇ ਆ, ਵੰਡ ਕੇ ਆ ਜਾਂਦੇ। ਬੜਾ ਅਗੰਮੀ, ਵੱਡਾ, ਦਇਆਲੂ, ਕਿਰਪਾਲੂ, ਦਾਨੀ ਸੁਭਾਅ ਹੈ, ਇਸ ਲਈ ਸਤਿਕਾਰ ਨਾਲ ਦੇਖ ਰਹੇ ਹਨ। ਸਤਿਗੁਰ ਬਸੇ ਸੁਧਾ ਸਰਪੁਰ ਮੈਂ। ਮਹਿਮਾ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ, ਮੇਰੀਆਂ ਪੀਰੀਆਂ ਦੇ ਦਾਤੇ, ਸ੍ਰੀ ਅੰਮ੍ਰਿਤਸਰ ਵਿੱਚ ਨਿਵਾਸ ਰੱਖ ਰਹੇ ਹਨ। ਸੇਵਹਿ ਦਾਸ ਗਿਆਨ ਲਹਿ ਉਰ ਮੈਂ। ਤੇ ਸੇਵਕ ਆਪ ਦੀ ਤਰ੍ਹਾਂ ਸੇਵਾ ਕਰਦੇ। ਅਸੀਂ ਦੂਰ ਦਰਾਜ਼ ਤੋਂ ਮਹਾਰਾਜ ਜੀ ਦੇ ਦਰ ਪਹੁੰਚਦੇ ਹਾਂ, ਪਟਨਾ ਸਾਹਿਬ। ਤੇ ਫਿਰ ਕਈ ਵਾਰੀ ਦੇਖਿਆ ਜਾਂਦਾ ਵੀ ਅੰਮ੍ਰਿਤ ਵੇਲੇ ਉੱਠਦੇ ਹੀ ਨਹੀਂ, ਸੁੱਤੇ ਹੀ ਰਹਿ ਜਾਂਦੇ। ਤੇ ਬਹਾਨਾ ਮਨ ਪਾਉਂਦਾ ਵੀ ਥੱਕੇ ਬੜੇ ਆ, ਤੇ ਚੱਲ ਥੱਕੇ ਆ ਤੇ 2 ਦਿਨ ਹੋਰ ਥੱਕ ਲੈ, ਕੀ ਫਰਕ ਪੈ ਜਾਏ। ਪਰ ਅੰਮ੍ਰਿਤ ਵੇਲੇ ਕਿਵਾੜ ਜਦ ਖੁੱਲ੍ਹਦੇ ਨੇ, ਉਦੋਂ ਸਿੱਖ ਮਹਾਰਾਜ ਦੀ ਹਜ਼ੂਰੀ ਵਿੱਚ ਚਾਹੀਦਾ, ਸੁੱਤਿਆ ਨਹੀਂ ਚਾਹੀਦਾ, ਆਪਣੇ ਕਮਰੇ ਵਿੱਚ ਨਹੀਂ ਚਾਹੀਦਾ। ਫਿਰ ਲੰਗਰ 'ਚ ਸੇਵਾ ਮਿਲ ਜਾਏ, ਵਰਤਾਉਣ ਦੀ, ਬਰਤਨਾਂ ਦੀ ਸਫਾਈ, ਝਾੜੂ ਦੀ, ਉਹ ਬੰਦਾ ਕਰ ਲਵੇ। ਜੋੜੇ ਖਾਨੇ ਵਿੱਚ ਸੇਵਾ ਕਰ ਲਏ। ਜੇ ਆਏ ਵੀ, ਸਫ਼ਰ ਵੀ ਕੀਤਾ,
ਤੇ ਫਿਰ ਸੌਂ ਕੇ ਹੀ ਚਲੇ ਗਏ ਤੇ ਕਿੰਨਾ ਕੁ ਲਾਭ ਹੋਵੇਗਾ। ਸ਼ਸਤਰਾਂ ਦੇ ਦਰਸ਼ਨ ਵੇਲੇ ਵੀ ਨਹੀਂ ਆਏ, ਨਾ ਸ਼ਾਮ ਦੀ ਕਥਾ ਵੇਲੇ ਆਏ, ਨਾ ਹਾਜ਼ਰੀ ਭਰੀ। ਤੇ ਜਿਵੇਂ ਕੋਈ ਟੂਰਿਸਟ ਨਹੀਂ ਆਉਂਦਾ ਘੁੰਮ ਫਿਰ ਕੇ ਚਲਾ ਜਾਂਦਾ, ਅਸੀਂ ਇਸ ਤਰ੍ਹਾਂ ਚਲੇ ਜਾਂਦੇ ਹਾਂ। ਨਹੀਂ, ਇੱਥੇ ਅਸੀਂ ਘੁੰਮਣ ਫਿਰਨ ਨਹੀਂ ਆਏ, ਇੱਥੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜਨ ਵਾਸਤੇ ਆਏ, ਇੱਥੇ ਮਹਾਰਾਜ ਜੀ ਦੀ ਸੇਵਾ ਵਾਸਤੇ ਆਏ। ਇਹ ਦੇਖੋ ਮਹਾਂਪੁਰਖ ਸੇਵਾ ਕਰ ਰਹੇ ਨੇ। ਬਾਬਾ ਮਹਿੰਦਰ ਸਿੰਘ ਜੀ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਇੰਗਲੈਂਡ ਵਾਲਿਆਂ ਦੇ ਨਿਵਾਜੇ ਮਹਾਂਪੁਰਖ ਬਾਬਾ ਇੰਦਰਜੀਤ ਸਿੰਘ ਜੀ, ਮੈਂ ਦੇਖ ਕੇ ਨਤਮਸਤਕ ਹੁੰਦਾ ਬਈ ਲੋਕਡਾਊਨ ਦਾ ਸਮਾਂ ਹੋਵੇ ਤੇ ਫਿਰ ਵੀ ਦਿਨ ਰਾਤ ਇਮਾਰਤਾਂ ਬਣਾ ਰਹੇ ਹੋਣ। ਇਹ ਤਾਂ ਕੋਈ ਗੁਰੂ ਦੀ ਵੱਡੀ ਬਖਸ਼ਿਸ਼ ਹੀ ਹੁੰਦੀ, ਨਹੀਂ ਤੇ ਸਾਡੇ ਮਨ ਤਾਂ ਬਹਾਨੇ ਬੜੇ ਕਰ ਜਾਂਦਾ। ਇਹ ਕਾਰ ਸੇਵਾ ਵਾਲੇ ਮਹਾਂਪੁਰਖ ਨੇ ਲੱਗੇ ਹੋਏ ਦਿਨ ਰਾਤ, ਨਾ ਰਾਤ ਦਾ ਕੋਈ ਪਤਾ ਨਾ ਦਿਨ ਦਾ ਕੋਈ ਪਤਾ, ਬਸ ਇੱਕੋ ਹੀ ਗੱਲ ਹੈ ਬਈ ਮਹਾਰਾਜ ਦੀ ਸੇਵਾ ਕਰਨੀ। ਇਹ ਸੇਵਾ ਵਿੱਚ ਵਡਿਆਈਆਂ ਨੇ। ਤਨ ਸੇਵਾ ਸੇਵਕ ਪਰਵਾਨ, ਅੰਤਰਜਾਮੀ ਪੁਰਖ ਪ੍ਰਧਾਨ, ਜਿਸ ਮਨ ਬਸੈ ਸੋ ਹੋਤ ਨਿਹਾਲ, ਤਾਂ ਕੈ ਨਿਕਟ ਨਾ ਆਵਤ ਕਾਲ। ਸੇਵਕ ਸੇਵਾ ਕਰਦੇ ਪਏ ਨੇ। ਸੇਵੈ ਦਾਸ ਗਿਆਨ ਲਹਿ ਉਰਮੈ, ਤੇ ਹਿਰਦੇ ਵਿੱਚ ਬ੍ਰਹਮ ਗਿਆਨ ਦੀ ਦਾਤ ਵਸਦੀ ਜਾ ਰਹੀ ਹੈ, ਪ੍ਰਾਪਤ ਕਰ ਰਹੇ ਹਨ। ਭਗਤੂ ਭਾਈ ਬਹਿਲੋ ਆਦ, ਭਾਈ ਭਗਤੂ ਜੀ ਵੱਡੇ ਬ੍ਰਹਮ ਗਿਆਨੀ ਸਿੱਖ ਨੇ, ਤੇ ਭਾਈ ਬਹਿਲੋ ਆਦਿਕ, ਜਿਨਹੁ ਆਨੰਦਿਕੋ ਪ੍ਰਾਪਤ ਸਵਾਦ। ਇਹਨਾਂ ਨੇ ਆਨੰਦ ਦਾ ਰਸ ਪੁੰਚਿਆ ਹੈ ਅੰਦਰੋਂ, ਇਹਨਾਂ ਨੂੰ ਆਤਮ ਆਨੰਦ, ਜਿਸ ਨੂੰ ਗੁਰੂ ਅਮਰਦਾਸ ਮਹਾਰਾਜ ਇਹਨਾਂ ਬਚਨਾਂ ਰਾਹੀਂ ਪ੍ਰਗਟ ਕਰਦੇ ਨੇ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਸ ਤਰ੍ਹਾਂ ਸੇਵਕ ਨੇ ਭਾਈ ਬਹਿਲੋ ਜੀ, ਭਾਈ ਭਗਤੂ ਜੀ, ਜੋ ਆਨੰਦ ਦਾ ਅਨੁਭਵ ਕਰ ਰਹੇ ਨੇ ਤੇ ਆਨੰਦ ਵਿੱਚ ਜੀ ਰਹੇ ਹਨ। ਪੂਰਨ ਸਮਾਧੀ ਲੀਨ ਆਤਮਾਵਾਂ ਹਨ। ਛਟੇ ਮਾਸ ਆਵਹਿ ਚਲ ਜਾਹੇ। ਇਹ 6 ਮਹੀਨਿਆਂ ਬਾਅਦ ਆ ਜਾਂਦੇ ਨੇ ਮਹਾਰਾਜ ਕੋਲ। ਕਦੀ 6 ਮਹੀਨਿਆਂ ਤੋਂ ਵੱਧ ਸਮਾਂ ਇਹ ਮਹਾਰਾਜ ਜੀ ਦੇ ਕੋਲ ਆਉਣ ਤੋਂ ਬਿਨਾਂ ਨਹੀਂ ਰਹੇ। ਇੱਕ ਦੋਏ ਮਾਸ ਬਸਹਿ ਗੁਰ ਪਾਹੇ। ਤੇ ਫਿਰ ਜਲਦੀ ਨਹੀਂ ਜਾਂਦੇ, ਮਹੀਨਾ 2 ਮਹੀਨੇ ਰਹਿ ਜਾਂਦੇ ਮਹਾਰਾਜ ਦੀ ਸੇਵਾ ਵਿੱਚ। ਇਹ ਬ੍ਰਹਮ ਗਿਆਨੀ ਨੇ, ਇਹ ਪਾਰ ਬ੍ਰਹਮ ਪਰਮੇਸ਼ਰ ਵਿੱਚ ਆ ਭੇਦ ਹਿਰਦੇ ਨੇ। ਇਹਨਾਂ ਨੂੰ ਮਹਾਰਾਜ ਕਹਿੰਦੇ ਨੇ ਸਾਡੇ ਬਰਾਬਰ ਹੀ ਨੇ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਏ, ਜਲ ਤੇ ਉਪਜ ਤਰੰਗ ਜਿਉ, ਜਲ ਹੀ ਵਿਖੇ ਸਮਾਏ। ਮਹਾਰਾਜ ਆਪਣੇ ਬਰਾਬਰ ਹੀ ਇਹਨਾਂ ਨੂੰ ਮਾਣ ਦਿੰਦੇ ਨੇ, ਪਰ ਫਿਰ ਵੀ ਇਹ ਆ ਕੇ ਦਿਨ ਰਾਤ ਸੇਵਾ ਵਿੱਚ ਲੱਗੇ ਰਹਿੰਦੇ ਨੇ। ਮਹੀਨਾ 2-2 ਮਹੀਨੇ ਘੋੜਿਆਂ ਦੀ ਸੇਵਾ ਹੀ ਕਰੀ ਜਾਂਦੇ, ਬਰਤਨਾਂ ਦੀ ਸੇਵਾ ਕਰੀ ਜਾਂਦੇ ਨੇ। ਇਸ ਤਰ੍ਹਾਂ ਪੂਰਨ ਸੇਵਾ ਨੂੰ ਸਮਰਪਿਤ ਹਨ। ਹਾਂਜੀ, ਕੀਤਕ ਨਏ ਸਿੱਖ ਨਰ ਬਨੈ। ਕੁਝ ਨਵੇਂ ਸਿੱਖ ਵੀ ਮਹਾਰਾਜ ਜੀ ਦੇ ਘਰ ਆ ਰਹੇ ਨੇ, ਜੋ ਹੁਣੇ ਸਿੱਖੀ ਗ੍ਰਹਿਣ ਕਰ ਰਹੇ ਨੇ। ਸਿੱਖੀ ਵਿੱਚ ਦਿਨ ਰਾਤ ਵਾਧਾ ਹੋ ਰਿਹਾ ਹੈ। ਸੇਵੈ ਸਤਿਗੁਰ ਸਰਦਾ ਸਨ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ ਸ਼ਰਧਾ ਵਿੱਚ ਭਿੱਜ ਕੇ, ਬੜੇ ਪ੍ਰੇਮ ਵਿੱਚ ਭਿੱਜ ਕੇ, ਖਾਣਾ ਪੂਰੀ ਨਹੀਂ ਬਈ ਹਾਏ ਮਰ ਗਏ ਕੀ ਕਰੀਏ, ਜਾਣਾ ਹੀ ਪੈਣਾ, ਕਰਨਾ ਹੀ ਪੈਣਾ, ਨਹੀਂ ਤੇ ਤਨਖਾਹ ਨਹੀਂ ਮਿਲਣੀ, ਬੱਧਾ ਚੱਟੀ ਨਹੀਂ, ਬੜੇ ਚਾਅ ਨਾਲ, ਉਤਸ਼ਾਹ ਨਾਲ, ਪ੍ਰੇਮ ਵਿੱਚ ਭਿੱਜ ਕੇ ਮਹਾਰਾਜ ਜੀ ਦੀ ਸੇਵਾ ਕਰਦੇ ਹਨ। ਕੇਤਕ ਸਿੱਖਿਅਨ ਕੇ ਸੁਤ ਆਵਹਿ। ਔਰ ਇਸ ਤਰ੍ਹਾਂ ਕੁਝ ਸਿੱਖਾਂ ਦੇ ਅੱਗੋਂ ਨਵੀਆਂ ਪੀੜ੍ਹੀਆਂ, ਬੱਚੇ ਵੀ ਉਹਨਾਂ ਦੇ ਪੁੱਤਰ ਪੁੱਤਰੀਆਂ, ਉਹ ਵੀ ਮਹਾਰਾਜ ਜੀ ਦੇ ਚਰਨ ਕਮਲਾਂ ਵਿੱਚ ਸਿੱਖੀ ਗ੍ਰਹਿਣ ਕਰਦੇ ਹਨ ਤੇ ਸੇਵਾ ਵਿੱਚ ਜੁੜਦੇ ਆਉਂਦੇ ਹਨ। ਨਿਕਟ ਰਹਿ ਗੁਰ ਸੇਵਕ ਮਾਵਹਿ। ਮਹਾਰਾਜ ਜੀ ਦੀ ਹਾਜ਼ਰੀ ਵਿੱਚ ਸੇਵਾ ਕਰਦੇ।
ਭਾਗਸ਼ਾਲੀ ਆਪਣੇ ਆਪ ਨੂੰ ਸਮਝਦੇ ਹਨ। ਇਸ ਵਿਦ ਕੇ ਤੇ ਦਿਵਸ ਬਿਤਾਏ, ਇਸ ਤਰ੍ਹਾਂ ਕਈ ਦਿਨ ਲੰਘ ਗਏ ਹਨ। ਉਹ ਸਿੱਖਣ ਉਰ ਗਿਆਨ ਉਪਾਏ। ਤੇ ਬਹੁਤ ਸਾਰੇ ਸਿੱਖਾਂ ਦਾ ਹਿਰਦਾ ਗਿਆਨ ਨਾਲ ਭਰਦਾ ਜਾਂਦਾ। ਇੱਥੇ ਗਿਆਨ ਤੋਂ ਮੁਰਾਦ ਦੁਨਿਆਵੀ ਗਿਆਨ ਨਹੀਂ, ਇੱਥੇ ਆਤਮਿਕ ਗਿਆਨ ਦਾ ਜ਼ਿਕਰ ਹੈ। ਤੇ ਇਹ ਵੀ ਨਾ ਸਮਝਣਾ ਵੀ ਜਿਹਨੂੰ ਆਤਮਿਕ ਗਿਆਨ ਹੋਵੇ ਉਹਨੂੰ ਦੁਨਿਆਵੀ ਗਿਆਨ ਹੁੰਦਾ ਹੀ ਨਹੀਂ। ਹੁੰਦਾ ਹੈ, ਭੋਲਾਪਨ ਬਹੁਤ ਹੁੰਦਾ ਹੈ। ਸੰਸਾਰ ਦੀਆਂ ਚਾਲਾਂ ਨੂੰ ਵੀ ਸਮਝਦੇ ਨੇ ਤੇ ਅੰਦਰੋਂ ਵੀ ਜੁੜੇ ਹੋਏ ਨੇ। ਖੇਤੀਬਾੜੀ ਵੀ ਕਰਦੇ ਨੇ, ਕਾਰੋਬਾਰ ਵੀ ਕਰਦੇ ਨੇ, ਗੁਰੂ ਨਾਲ ਵੀ ਜੁੜੇ ਹੋਏ ਨੇ। ਪਰ ਇਹੋ ਜਿਹਿਆਂ ਦੀ ਪਛਾਣ ਪਤਾ ਕੀ ਹੁੰਦੀ ਹੈ, ਉਹਨਾਂ ਨੂੰ ਦੇਖ ਕੇ ਹੋਰ ਵੀ ਜੁੜ ਜਾਂਦੇ। ਜਿਵੇਂ ਭਾਈ ਮਨਸੁਖ ਗੁਰੂ ਨਾਨਕ ਦੇਵ ਜੀ ਦਾ ਸਿੱਖ ਹੋਇਆ। ਇਹ ਸੁਣ ਮਨ ਸੁਖ ਪਾਇਆ, ਸ੍ਰੀ ਚਰਨਨ ਪਰ ਸੀਸ ਨਿਵਾਇਆ। ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਕਿਹਾ ਰੋਜ਼ ਜਪਜੀ ਸਾਹਿਬ ਦਾ ਪਾਠ ਕਰਨਾ ਤੇ ਰੋਜ਼ ਕੜਾਹ ਪ੍ਰਸਾਦ ਦੀ ਦੇਗ ਕਰਕੇ ਭੋਗ ਲਵਾਉਣਾ, ਅਸੀਂ ਹਾਜ਼ਰ ਹੋਵਾਂਗੇ। ਇਹ ਸਿੰਗਲਾ ਦੀਪ ਗਿਆ, ਉੱਥੇ ਸ਼੍ਰੀਲੰਕਾ ਵਿੱਚ ਗੁਰਦੁਆਰਾ ਬਣਿਆ ਹੋਇਆ ਜਿੱਥੇ ਗੁਰੂ ਨਾਨਕ ਨੇ ਚਰਨ ਪਾਏ। ਤਾਮਿਲਾਂ ਦਾ ਇਲਾਕਾ ਹੈ, ਉੱਥੇ ਗੁਰਦੁਆਰਾ ਬੜਾ ਸੋਹਣਾ ਬਣਿਆ ਹੋਇਆ। ਔਰ ਮਹਾਰਾਜ ਜੀ ਦੀ ਕਿਰਪਾ ਨਾਲ ਕੁਝ ਸ਼੍ਰੀਲੰਕਨ ਵੀ ਗੁਰੂ ਨਾਨਕ ਦੀ ਸਿੱਖੀ ਧਾਰਨ ਕਰ ਚੁੱਕੇ ਨੇ। ਉਹ ਰੋਜ਼ ਆਉਂਦੇ ਨੇ, ਆ ਕੇ ਮੱਥਾ ਟੇਕਦੇ ਨੇ, ਆਸਾ ਦੀ ਵਾਰ ਦੇ ਕੀਰਤਨ ਹੁੰਦੇ ਨੇ, ਲੰਗਰ ਚੱਲਦੇ। ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਸਿੱਖ ਸਿੰਗਲਾ ਦੀਪ ਪਹੁੰਚਿਆ ਤੇ ਮਹਾਰਾਜ ਜੀ ਦੀ ਆਗਿਆ ਮੁਤਾਬਕ ਕੜਾਹ ਪ੍ਰਸਾਦ ਦੀ ਦੇਗ ਰੋਜ਼ ਵਰਤੇ, ਜਪਜੀ ਸਾਹਿਬ ਜੀ ਦਾ ਪਾਠ ਰੋਜ਼ ਹੋਵੇ, ਅਰਦਾਸਾਂ ਰੋਜ਼ ਹੋਵਣ। ਤੇ ਉਹਨਾਂ ਦਿਨਾਂ 'ਚ ਰਾਜ ਵਰਤ ਦਾ ਦਿਨ ਆ ਗਿਆ ਵੀ ਰਾਜੇ ਦਾ ਤਿਉਹਾਰ ਸੀ, ਸਾਰੇ ਰਾਜ ਦਾ, ਵੀ ਸਭ ਨੇ ਵਰਤ ਰੱਖਣਾ, ਚੁੱਲ੍ਹੇ ਅੱਗ ਨਹੀਂ ਪਾਉਣੀ। ਕੁਝ ਤਿਉਹਾਰ ਰੱਜ ਕੇ ਛਕਣ ਦੇ ਹੁੰਦੇ, ਕੁਝ ਭੁੱਖੇ ਮਰਨ ਦੇ ਵੀ ਹੁੰਦੇ, ਉਹਨੂੰ ਵੀ ਲੋਕੀ ਤਿਉਹਾਰ ਸਮਝਦੇ। ਖੈਰ ਆਪਣੀ ਆਪਣੀ ਆਸਥਾ ਹੈ, ਸ਼ਰਧਾ ਹੈ, ਆਪਣਾ ਆਪਣਾ ਸੁਭਾਅ ਹੈ। ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹਿ ਤੇਤੀ। ਤੇ ਰਾਜ ਵਰਤ ਵਾਲੇ ਦਿਨ ਮਨਸੁਖ ਨੇ ਦੇਗ ਕੀਤੀ ਕੜਾਹ ਪ੍ਰਸਾਦ ਦੀ, ਜਪਜੀ ਸਾਹਿਬ ਦਾ ਪਾਠ ਹੋਇਆ ਤੇ ਗੁਰੂ ਨਾਨਕ ਦਾ ਨਾਮ ਲੈ ਕੇ ਤੇ ਵਰਤਾਈ। ਇਸ ਜ਼ੁਰਮ ਵਿੱਚ ਪਕੜੇ ਗਏ। ਸਿੰਗਲਾ ਦੀਪ ਦੇ ਰਾਜੇ ਨੇ ਪਕੜ ਲਿਆ ਵੀ ਇਹਨੇ ਰਾਜ ਧਰੋਹ ਕੀਤਾ, ਰਾਜ ਕਾਨੂੰਨ ਦਾ ਖੰਡਨ ਕੀਤਾ, ਦੇਗ ਵਰਤਾਈ ਹੈ। ਅਸੀਂ ਤਾਂ ਰੋਟੀ ਬੰਦ ਕੀਤੀ, ਇਹਨਾਂ ਹਲਵਾ ਵਰਤਾ ਦਿੱਤਾ। ਤੇ ਭਾਈ ਮਨਸੁਖ ਸ਼ੁਕਰਾਨੇ ਵਿੱਚ ਰਹੇ। ਫਿਰ ਸੰਧਿਆ ਨੂੰ ਦੇਖਿਆ, ਫਿਰ ਉਹ ਬਾਣੀ ਪੜ੍ਹ ਰਹੇ ਸਨ। ਫਿਰ ਦੁਪਹਿਰੇ ਦੇਖਿਆ, ਫਿਰ ਬਾਣੀ ਪੜ੍ਹ ਰਹੇ ਸਨ। ਭੋਜਨ ਨਾ ਦਿੱਤਾ ਪਰ ਆਨੰਦ ਵਿੱਚ ਸਨ। ਤੇ ਆਖਰ ਸ਼ਿਵਨਾਭ ਨੇ ਵੀ ਕਿਹਾ ਵੀ ਹੁਣ ਮੈਨੂੰ ਵੀ ਗੁਰੂ ਨਾਨਕ ਦਾ ਸਿੱਖ ਬਣਾ ਲੈ, ਹੁਣ ਮੈਂ ਵੀ ਉਸੇ ਦਾ ਹੀ ਸਿੱਖ ਬਣਨਾ ਜਿਹੜਾ ਭੁੱਖੇ ਮਰਦਿਆਂ ਨੂੰ ਹਲਵੇ ਖਵਾਉਂਦਾ। ਫਿਰ ਗੁਰੂ ਨਾਨਕ ਉਹਨੂੰ ਦੀਦਾਰ ਦੇਣ ਵਾਸਤੇ ਵੀ ਗਏ। ਕਈ ਉਹਦੇ ਕੋਲ ਆ ਗਏ ਸਨ। ਰਾਜਾ ਸੀ, ਕਈ ਭੇਖ ਬਣਾ ਕੇ ਆਉਂਦੇ ਰਹੇ। ਫਿਰ ਉਹਦੇ ਪਰਖ ਕਰਨ ਦਾ ਆਪਣਾ ਢੰਗ ਸੀ। ਕੁਝ ਨਰਤਕੀਆਂ, ਰਾਜ ਨਰਤਕੀਆਂ ਗੁਰੂ ਨਾਨਕ ਦੀ ਪਰਖ ਲਈ ਵੀ ਆਈਆਂ। ਉਹਨਾਂ ਨੇ ਕੁਝ ਬਸਤਰ ਉਸ ਤਰ੍ਹਾਂ ਦੇ, ਉਸ ਢੰਗ ਦੇ, ਕੁਝ ਹਾਵ ਭਾਵ ਉਸ ਢੰਗ ਦੇ ਰੱਖੇ ਕਿ ਜਿਹੜਾ ਦੇਖੇ ਭਰਮਿਤ ਹੋ ਜਾਏ। ਜਦ ਗੁਰੂ ਨਾਨਕ ਕੋਲ ਆਈਆਂ ਤਾਂ ਗੁਰੂ ਨਾਨਕ ਦੇਵ ਮਹਾਰਾਜ ਆਖਣ ਲੱਗੇ, ਆਓ ਮੇਰੀ ਉਹ ਬੱਚੀਓ, ਮੇਰੇ ਕੋਲ ਬੈਠ ਜਾਓ। ਗਾਛੋ ਪੁੱਤਰੀ ਰਾਜ ਕੁਆਰ। ਗੁਰੂ ਨਾਨਕ ਦੇ ਚਰਨਾਂ ਤੇ ਢਹਿ ਪਈਆਂ, ਆਖਿਆ ਜਿਉਂ ਹੋਸ਼ ਸੰਭਾਲੀ ਹੈ। ਅੱਜ ਤੱਕ ਇਹ ਸ਼ਬਦ ਤੇ ਇਤਨੀ ਆਤਮੀਅਤਾ ਨਾਲ, ਇਤਨੇ ਪ੍ਰੇਮ ਨਾਲ, ਇਤਨੇ ਆਪਣੇ ਪੰਨ ਨਾਲ ਭਰੇ ਹੋਏ ਲਹਿਜੇ 'ਚ ਕਿਸੇ ਨੇ ਪੁੱਤਰੀ ਨਹੀਂ ਬੁਲਾਇਆ। ਸਾਨੂੰ ਤਾਂ ਪਤਾ ਵੀ ਨਹੀਂ ਸਾਡਾ ਪਿਤਾ ਕਿੱਥੇ ਹੈ। ਉਹ ਲੋਕ ਵੀ ਗੁਰੂ ਨਾਨਕ ਦੇ ਸਿੱਖ ਹੋ ਗਏ। ਗੁਰੂ ਦੇ ਸਿੱਖਾਂ ਦਾ ਕਰੈਕਟਰ ਦੇਖ ਕੇ ਜਿਹੜੇ ਜੁੜੇ ਹੋਏ ਨੇ ਉਹਨਾਂ ਨੂੰ ਦੇਖ ਕੇ ਹੋਰ ਸਿੱਖ ਬਣਦੇ। ਬੜੀਆਂ ਵਡਿਆਈਆਂ, ਬਰਕਤਾਂ ਗੁਰੂ ਝੋਲੀ ਵਿੱਚ ਪਾ ਦਿੰਦਾ ਹੈ। ਇਸ ਤਰ੍ਹਾਂ ਜਿਹੜੇ ਸਿੱਖ ਨੇ ਬਹੁਤ ਸਿੱਖਣ ਔਰ ਗਿਆਨ ਉਪਾਏ, ਇਹਨਾਂ ਦੇ ਹਿਰਦੇ 'ਚ ਬ੍ਰਹਮ ਗਿਆਨ, ਰਸ, ਆਨੰਦ ਮਹਾਰਾਜ ਭਰਦੇ ਜਾ ਰਹੇ ਨੇ।
ਔਰ ਇਹਨਾਂ ਨੂੰ ਦੇਖ ਕੇ ਹੋਰ ਕਈ ਇਹਨਾਂ ਦੀ ਸੰਗਤ ਕਰਕੇ ਸਿੱਖੀ ਵਿੱਚ ਆ ਕੇ ਤਰਦੇ ਜਾ ਰਹੇ ਹਨ। ਸਾਹ ਜਹਾਂ ਚਲ ਕੈ ਤਿਸ ਕਾਲ। ਉਸ ਵੇਲੇ ਭਾਈ ਸਾਹਿਬ ਲਿਖਦੇ ਨੇ ਸ਼ਾਹਜਹਾਨ ਬਾਦਸ਼ਾਹ ਸੀ, ਉਹ ਦਿੱਲੀੋਂ ਆਪ ਚੱਲ ਕੇ ਜਹਾਂ ਜਲੰਧਰ ਨਗਰ ਵਿਸਾਲ। ਜਿੱਥੇ ਦੁਆਬੇ ਦਾ ਵਿਸ਼ਾਲ ਸ਼ਹਿਰ ਜਲੰਧਰ ਹੈ ਉੱਥੇ ਆਇਆ ਹੋਇਆ ਸੀ। ਆਨ ਤਹਾ ਤਬ ਡੇਰਾ ਘਾਲਾ। ਉਸ ਨੇ ਜਲੰਧਰ ਵਿੱਚ ਆਪਣੇ ਖੇਮੇ ਲਗਵਾਏ ਲਿਏ ਬਾਹਨੀ ਸਾਥ ਵਿਸਾਲਾ। ਤੇ ਉਹਦੇ ਨਾਲ ਬੜੀ ਵੱਡੀ ਉਹਦੀ ਸੈਨਾ ਵੀ ਸੀ। ਤਹਾਂ ਪੁੱਤਰ ਇੱਕ ਅਬਦੁਲ ਖਾਨ। ਉਹਦੇ ਉੱਥੇ ਅਬਦੁਲ ਖਾਨ ਦਾ ਇੱਕ ਪੁੱਤਰ ਸੀ, ਵਲੀ ਖਾਨ ਤਿਸ ਨਾਮ ਬਖਾਨ। ਜਿਸ ਦਾ ਨਾਮ ਭਾਈ ਸਾਹਿਬ ਨੇ ਇੱਥੇ ਵਲੀ ਖਾਨ ਲਿਖਿਆ। ਵੈਸੇ ਵਲੀ ਖਾਨ ਬਹੁਤ ਸਾਰੇ ਵਿਦਵਾਨਾਂ ਨੇ ਲਿਖਿਆ ਬਈ ਉਹ ਸ੍ਰੀ ਹਰਗੋਬਿੰਦਪੁਰ ਦੀ ਜੰਗ 'ਚ ਆਪਣੇ ਪਿਤਾ ਅਬਦੁਲ ਖਾਨ ਦੇ ਨਾਲ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੱਥੋਂ ਮਾਰਿਆ ਗਿਆ ਸੀ। ਜਦ 14,000 ਸੈਨਾ ਸ੍ਰੀ ਹਰਗੋਬਿੰਦਪੁਰ ਦੇ ਜੰਗ ਵਿੱਚ ਆਈ ਤੇ ਮਹਾਰਾਜ ਦੇ ਥੋੜ੍ਹੇ ਜਿਹੇ ਸਿੱਖਾਂ ਦੀ ਸੈਨਾ ਸੀ, ਉਹਨਾਂ ਦੇ ਹੱਥੋਂ ਮਾਰੀ ਗਈ। ਸ਼ਾਹੀ ਸੈਨਾ ਸੀ, ਉਹਨਾਂ ਵਿੱਚ ਵਲੀ ਖਾਨ ਦੇ ਮਾਰੇ ਜਾਣ ਦਾ ਵੀ ਜ਼ਿਕਰ ਹੈਗਾ ਹੈ। ਭਾਈ ਸਾਹਿਬ ਨੇ ਪੁੱਤਰ ਲਿਖਿਆ, ਹੋ ਸਕਦਾ ਇਹ ਭਤੀਜਾ ਹੋਵੇ ਜਾਂ ਇਹਨਾਂ ਦੇ ਕਈ ਵਿਆਹ ਹੁੰਦੇ ਨੇ, ਕਿਸੇ ਹੋਰ ਵਿਆਹ 'ਚ ਹੋਵੇ ਤੇ ਉਹਦਾ ਨਾਮ ਵੀ ਵਲੀ ਖਾਨ ਹੋਵੇ। ਪਿਤਾ ਭਰਾਤ ਜਿਸ ਕੇ ਰਣ ਮਾਰੇ। ਜਿਹਦੇ ਭਰਾ ਤੇ ਪਿਤਾ ਮਹਾਰਾਜ ਜੀ ਦੇ ਹੱਥੋਂ ਸ੍ਰੀ ਹਰਗੋਬਿੰਦਪੁਰ ਦੇ ਮੈਦਾਨ ਵਿੱਚ ਮਾਰੇ ਗਏ। ਸਾਹੋ ਨਿਕਟ ਪਹੁੰਚੀ ਨ ਪੁਕਾਰੇ। ਪਰ ਬਾਦਸ਼ਾਹ ਤੱਕ ਉਹ ਪੁਕਾਰ ਨਾ ਕਰ ਸਕਿਆ। ਰਹਿਓ ਸੰਭਾਰਤ ਆਪਨ ਸਮਾਜਾ। ਉਹ ਵਲੀ ਖਾਨ ਜਿਹੜਾ ਸੀ ਆਪਣਾ ਸਾਜੋ ਸਮਾਨ ਸੰਭਾਲਦਾ ਰਿਹਾ। ਤਿਨ ਜਾਨੀ ਮਨ ਅਵਸਰ ਆਜਾ। ਜਦ ਸ਼ਾਹਜਹਾਂ ਜਲੰਧਰ ਪਹੁੰਚਿਆ ਤਾਂ ਇਸਨੇ ਵਲੀ ਖਾਨ ਨੇ ਸੋਚਿਆ ਵੀ ਚੰਗਾ ਮੌਕਾ ਹੈ, ਮੈਂ ਗੁਰੂ ਹਰਗੋਬਿੰਦ ਜੀ ਦੀ ਸ਼ਿਕਾਇਤ ਕਰਦਾ, ਜਾ ਕੇ ਦੱਸਦਾ ਹਾਂ। ਮੇਲ ਸਹੋ ਸੋ ਨਿਸਚੈ ਹੋਵੈ। ਨਾਲੇ ਤਾਂ ਮੇਰਾ ਬਾਦਸ਼ਾਹ ਨਾਲ ਮੇਲ ਹੋ ਜਾਏਗਾ ਤੇ ਜਿਹੜਾ ਮੁਰਾਤਬਾ ਮੈਨੂੰ ਮਿਲਿਆ ਆ ਬਾਦਸ਼ਾਹ ਵੱਲੋਂ ਹੋਰ ਵੱਧ ਜਾਏਗਾ, ਮੇਰਾ ਮਾਣ ਸਨਮਾਨ ਹੋਰ ਵੱਧ ਜਾਏਗਾ, ਸੈਨਾ ਹੋਰ ਮਿਲ ਜਾਏਗੀ ਤੇ ਨਾਲੇ ਮੈਂ ਜਾ ਕੇ ਤੇ ਸ਼ਿਕਾਇਤ ਕਰਦਾ ਹਾਂ। ਕਰ ਕੈ ਮਿਹਰ ਦ੍ਰਿਸ਼ਟਿ ਕੋ ਜੋਵੈ। ਬਾਦਸ਼ਾਹ ਮੇਰੇ ਤੇ ਮਿਹਰਬਾਨੀ ਕਰੇਗਾ ਤੇ ਚੰਗੀ ਨਜ਼ਰ ਨਾਲ ਦੇਖੇਗਾ। ਸਭ ਬਿਰਤਾਂ ਤੁਮੈ ਦਿਓ ਸੁਨਾਏ। ਨਾਲੇ ਸਾਰਾ ਜੋ ਸ੍ਰੀ ਹਰਗੋਬਿੰਦਪੁਰ ਰੋਹੇਲਾ ਨਗਰ ਇਹ ਕਹਿੰਦੇ ਸਨ, ਰੋਹਲੇ ਨਗਰ ਵਿੱਚ ਹੋਇਆ, ਉਹ ਮੈਂ ਸੁਣਾ ਦੇਵਾਂਗਾ। ਪਿਤ ਕੋ ਪਲਟਾ ਲੇਹੁ ਬਨਾਏ। ਤੇ ਮੈਂ ਆਪਣੇ ਪਿਤਾ ਦਾ ਤੇ ਭਰਾਵਾਂ ਦਾ ਬਦਲਾ ਚੰਗੀ ਤਰ੍ਹਾਂ ਲੈ ਲਵਾਂਗਾ। ਇਮ ਚਿਤਵਤ ਧਨ ਗਨ ਕੋ ਲੈ ਕੇ। ਇਸ ਤਰ੍ਹਾਂ ਮਨ ਵਿੱਚ ਸੋਚਦਾ ਹੋਇਆ ਬਾਦਸ਼ਾਹ ਨੂੰ ਮਿਲਣਾ ਕੋਈ ਸੌਖਾ। ਕਈ ਧਨ ਦੀਆਂ ਖੁਰਜੀਆਂ ਨਾਲ ਲਈਆਂ, ਸੋਨਾ ਚਾਂਦੀ ਨਾਲ ਲਿਆ, ਹੀਰੇ ਜਵਾਹਰਾਤ ਥਾਲ ਭਰਿਆ ਤੇ ਨਜ਼ਰਾਨਾ ਦੇਣ ਵਾਸਤੇ ਚਪਲ ਤੁਰੰਗਨ ਤਿਆਰੀ ਕੈ ਕੈ। ਇੱਕ ਬਹੁਤ ਜੁੜੀਆਂ ਹੋਈਆਂ ਕਨੋਤਰੀਆਂ ਵਾਲਾ ਘੋੜਾ ਜਿਹੜਾ ਬੜਾ ਚੰਚਲ ਸੀ, ਜਿਹੜਾ ਚੱਲਦਾ ਸੀ ਤੇ ਲੱਗਦਾ ਵੀ ਨੱਚਦਾ ਹੋਵੇ, ਉਸ ਨੂੰ ਤਿਆਰ ਕਰਵਾ ਕੇ ਕੰਚਨ ਜੀਨ ਜਰਾਊ ਡਾਲੇ। ਤੇ ਉਸ ਤੇ ਵੀ ਜਿਹੜੀ ਕਾਠੀ ਪਾਈ ਉਹ ਸੋਨੇ ਦੀ ਪਾਈ ਤੇ ਸੋਨੇ ਦੀਆਂ ਲੜੀਆਂ, ਮੋਤੀਆਂ ਦੀਆਂ ਮਾਲਾ ਦੋਵੇਂ ਪਾਸੀਂ ਲਟਕਾਈਆਂ। ਜਿਨ ਪਿਖ ਹਰਖੈ ਸਾਹੋ ਵਿਸਾਲੇ। ਉਹਦੇ ਮੱਥੇ ਦਾ ਵੀ ਗਰਦਨ ਦਾ ਵੀ ਸ਼ਿੰਗਾਰ ਮਹਿੰਗੇ ਰਤਨਾਂ ਨਾਲ ਕੀਤਾ ਤੇ ਇਤਨਾ ਸਵਾਰਿਆ, ਇਤਨਾ ਸਜਾਇਆ ਵੀ ਜਿਹਨੂੰ ਦੇਖ ਕੇ ਹਰ ਇੱਕ ਦਾ ਮਨ ਖੁਸ਼ ਹੋਵੇ ਤੇ ਬਾਦਸ਼ਾਹ ਵੀ ਮੋਹਿਆ ਜਾਵੇ। ਅਪਰ ਵਸੂ ਗਨ ਸੁੰਦਰ ਲੀਨ। ਇੱਥੇ ਹੀ ਬਸ ਨਹੀਂ, ਹੋਰ ਬੇਸ਼ਕੀਮਤੀ ਦੁਸਾਲੇ, ਖਾਣ ਦੇ ਪਦਾਰਥ, ਪਹਿਨਣ ਦੇ ਬਾਦਸ਼ਾਹ ਲਈ ਬਸਤਰ ਆਦਿਕ। ਸਾਹੋ ਜਹਾਂ ਕੋ ਭੇਟ ਸੁਦੀਨ। ਤੇ ਬਾਦਸ਼ਾਹ ਸ਼ਾਹਜਹਾਨ ਨੂੰ ਜਾ ਕੇ ਭੇਟਾ ਕਰ ਦਿੱਤਾ ਤੇ ਆਪ ਘੋੜੇ ਦੀ ਲਗਾਮ ਪਕੜ ਕੇ ਲੈ ਗਿਆ ਤੇ ਬਾਰ-ਬਾਰ ਫਰਸ਼ੀ ਸਲਾਮ, ਜਹਾਂ ਪਨਾਹ, ਆਲੀ ਜਾ, ਸਰਕਾਰ ਆਲਮ ਤੇ ਤਰ੍ਹਾਂ ਤਰ੍ਹਾਂ ਦੇ ਲਕਬ ਲਗਾ ਕੇ, ਸ਼ਹਿਨਸ਼ਾਹ ਹਿੰਦ ਆਦਿਕ ਲਫ਼ਜ਼ ਲਗਾ ਕੇ ਲਕਬ ਤੇ ਬੜੀ ਵਡਿਆਈ ਦੇ ਬੋਲ ਆਖੇ ਤੇ ਉਹ ਸਭ ਕੁਝ ਬਾਦਸ਼ਾਹ ਨੂੰ ਨਜ਼ਰਾਨਾ ਕੀਤਾ। ਕਿਹ ਉਮਰਾਬ ਮਿਲਾਵਨ ਠਾਨਾ। ਬਹੁਤ ਸਾਰੇ ਉਮਰਾਓ ਸਨ ਜਿਹੜੇ ਉਹਨਾਂ ਨੇ
ਬਾਦਸ਼ਾਹ ਦੇ ਕਰਿੰਦੇ ਦਰਬਾਰੀ ਉਹਨਾਂ ਨੇ ਚੰਗੀ ਤਰ੍ਹਾਂ ਤਾਰੀਫ ਕੀਤੀ। ਲੱਗਦਾ ਉਹਨਾਂ ਦੀਆਂ ਵੀ ਮੁੱਠੀਆਂ ਗਰਮ ਹੋਈਆਂ। ਦੇਖ ਸਾਹੂ ਨੇ ਬਾਕ ਬਖਾਨਾ, ਤੇ ਸ਼ਾਹਜਹਾਨ ਨੇ ਦੇਖ ਕੇ ਇਹ ਗੱਲ ਆਖੀ ਹੈ। ਅਬਦੁਲ ਖਾਨ ਮਿਲਿਓ ਨਹਿ ਆਏ। ਆਖਣ ਲੱਗਾ ਕੀ ਗੱਲ, ਤੁਹਾਡਾ ਪਿਤਾ ਅਬਦੁਲ ਖਾਨ ਨਹੀਂ ਮਿਲਿਆ ਮੈਨੂੰ ਕਦੀ। ਨਗਰ ਬਿਖੈ ਨਹਿ ਜਾਣਿਓ ਜਾਏ। ਤੇ ਨਗਰ ਵਿੱਚ ਹੈ ਵੀ ਕਿ ਨਹੀਂ ਇਹ ਵੀ ਨਹੀਂ ਪਤਾ ਚੱਲਿਆ। ਸਾਹੋ ਜਹਾਂ ਤੇ ਸੁਨ ਮਿਰਧੂ ਬਾਨੀ। ਜਦੋਂ ਸ਼ਾਹਜਹਾਨ ਸ਼ਹਿਨਸ਼ਾਹੇ ਹਿੰਦ ਕੋਲੋਂ ਆਪਣੇ ਪਿਤਾ ਬਾਰੇ ਸੁਣਿਆ ਤਾਂ ਇਸਨੇ ਕਿਹਾ, ਲੈ ਜਿਹੜਾ ਮੌਕਾ ਮੈਂ ਤਲਾਸ਼ ਰਿਹਾ ਸੀ ਉਹਨੂੰ 4 ਚੰਨ ਲੱਗ ਗਏ। ਬਾਦਸ਼ਾਹ ਸਲਾਮਤ ਨੇ ਖੁਦ ਪੁੱਛ ਲਿਆ ਹੈ। ਵਲੀ ਖਾਨ ਕਰ ਜੋਰ ਬਖਾਨੀ। ਤੇ ਵਲੀ ਖਾਨ ਨੇ ਦੋਵੇਂ ਹੱਥ ਜੋੜੇ ਤੇ ਅੱਖਾਂ ਪਖੰਡ ਦੇ ਆਂਸੂ ਕੱਢ ਕੇ ਤੇ ਰੋਣੀ ਜਿਹੀ ਸ਼ਕਲ ਤੇ ਆਵਾਜ਼ ਬਣਾ ਕੇ ਆਖਿਆ, ਹਜਰਤ ਮੋਹੇ ਪਿਤਾ ਜੁਗ ਭਰਾਤਾ। ਆਖਿਆ ਹੈ ਬਜ਼ੁਰਗਵਾਰ ਬਾਦਸ਼ਾਹ ਸ਼ਹਿਨਸ਼ਾਹੇ ਹਿੰਦ, ਮੇਰਾ ਜਿਹੜਾ ਪਿਤਾ ਸੀ ਉਸ ਦੇ 2 ਮੇਰੇ ਭਰਾਤਾ ਲੈ ਕਰ ਸੈਨਾ ਸੰਗ ਪ੍ਰਿਆਤਾ। ਉਹ ਆਪਣੀ ਸਾਰੀ ਸੈਨਾ ਨਾਲ ਲੈ ਕਰਕੇ ਹਿੰਦਨ ਗੁਰ ਸ੍ਰੀ ਹਰਿ ਗੋਬਿੰਦ। ਜਿਹੜਾ ਹਿੰਦੂਆਂ ਦਾ ਗੁਰੂ ਹੈ ਗੁਰੂ ਹਰਗੋਬਿੰਦ ਸਾਹਿਬ। ਮੈਂ ਅਰਜ਼ ਕਰਾਂ ਉਹਨਾਂ ਦਿਨਾਂ ਵਿੱਚ ਬਾਦਸ਼ਾਹ ਹਿੰਦੂਆਂ ਦਾ ਗੁਰੂ ਹੀ ਕਹਿੰਦੇ ਸਨ। ਮੱਕੇ ਵਿੱਚ ਅੱਜ ਵੀ ਗੁਰੂ ਨਾਨਕ ਨੂੰ ਪੀਰੇ ਹਿੰਦੂ ਕਿਹਾ, ਪੀਰੇ ਹਿੰਦ ਕਿਹਾ ਜਾਂਦਾ। ਇਸ ਦੇਸ਼ ਵਿੱਚ ਇਹ ਮਤ ਗੁਰੂ ਨਾਨਕ ਦਾ ਚੱਲਿਆ, ਗੁਰੂ ਨਾਨਕ ਦਾ ਜਨਮ ਹੋਇਆ ਤੇ ਲਕਬ ਬਾਦਸ਼ਾਹ ਮਹਾਰਾਜ ਜੀਆਂ ਵਾਸਤੇ ਵਰਤਦੇ ਸਨ। ਤੇ ਇੱਥੋਂ ਹੀ ਗੱਲ ਸ਼ੁਰੂ ਕਰਦੇ ਸਨ। ਹਿੰਦੂਆਂ ਪ੍ਰਤੀ ਨਫ਼ਰਤ ਵੀ ਬੜੀ ਸੀ, ਇਸ ਲਈ ਇਹ ਸ਼ਬਦ ਨਾਲ ਜੋੜਦੇ ਸਨ ਲੋਕ। ਜਹ ਕਹਿ ਕਰ ਉਤਪਾਤ ਬਿਲੰਦ। ਉਹ ਹਿੰਦੂਆਂ ਦੇ ਗੁਰੂ ਸ੍ਰੀ ਹਰਗੋਬਿੰਦ ਜੀ ਨੇ ਕਈ ਥਾਈਂ ਉਤਪਾਤ ਮਚਾਇਆ ਹੋਇਆ। ਬੜੇ ਜੰਗ ਕਰਦਾ ਹੈ, ਬੜੇ ਸ਼ਿਕਾਰ ਖੇਲਦਾ ਹੈ ਮਹਾਰਾਜ ਜੀਆਂ ਵਾਸਤੇ। ਇਸ ਤਰ੍ਹਾਂ ਦੇ ਉਸਨੇ ਅਪਮਾਨਜਨਕ ਤੇ ਹੋਰ ਨੀਵੇਂ ਬੋਲ ਆਖੇ। ਗ੍ਰਾਮ ਰੋਹੇਲੇ ਅਵਨੀ ਰੇਕੀ। ਗੁਰਾਮ ਰੋਹੇਲੇ ਅਵਨੀ ਰੋਕੀ। ਜ਼ਮੀਨ ਹੈ ਰੋਹੇਲਾ ਪਿੰਡ, ਜਿਸ ਦਾ ਅੱਜ ਕੱਲ੍ਹ ਨਾਮ ਸ੍ਰੀ ਗੁਰੂ ਹਰਗੋਬਿੰਦ ਨਗਰ ਹੈ। ਉਸ ਦੀ ਜ਼ਮੀਨ ਕਬਜ਼ੇ ਕਰ ਲਈ ਉਹਨੇ। ਘੇਰੜ ਭਗਵਾਨ ਬਿਲੋਕੀ। ਉੱਥੇ ਭਗਵਾਨ ਦਾਸ ਘੇਰੜ ਸੀ ਉਸ ਵੇਲੇ ਮੌਜੂਦ, ਜਿਸ ਨੇ ਆਪਣੀ ਜ਼ਮੀਨ ਰੋਕੀ ਹੋਈ ਦੇਖੀ। ਤਿਨ ਬਰ ਜਿਓ ਸੋ ਤਤ ਛਿਨ ਮਾਰਿਓ। ਔਰ ਇਸ ਨਾਂ ਦੇ ਨਾਲ ਜਦ ਭਗਵਾਨ ਦਾਸ ਘੇਰੜ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਉਸਾਰੀ ਕਰਨ ਤੋਂ ਰੋਕਣ ਲਈ ਗਿਆ ਤਾਂ ਉਹਨਾਂ ਨੇ ਤਤ ਸੈਨ ਉਸ ਨੂੰ ਮਾਰ ਦਿੱਤਾ। ਤਿਸ ਕੋ ਸੁਤ ਇਤ ਆਨ ਪੁਕਾਰਿਓ। ਤੇ ਭਗਵਾਨ ਦਾਸ ਘੇਰੜ ਦੇ ਪੁੱਤਰ ਨੇ ਮੇਰੇ ਪਿਤਾ ਅਬਦੁਲ ਖਾਨ ਕੋਲ ਪੁਕਾਰ ਕੀਤੀ। ਸੁਨ ਮਮ ਪਿਤਾ ਗਇਓ ਤਿਸ ਥਾਨਾ। ਤੇ ਮੇਰਾ ਪਿਤਾ ਸੈਨਾ ਲੈ ਕੇ ਉਸ ਦੀ ਭਗਵਾਨ ਦਾਸ ਘੇਰੜ ਦੀ ਰਾਖੀ ਕਰਨ ਲਈ ਪਹੁੰਚਿਆ। ਲਰਿਓ ਗੁਰੂ ਕੀਨੋ ਘਮਸਾਨਾ। ਪਰ ਅੱਗੋਂ ਗੁਰੂ ਹਰਗੋਬਿੰਦ ਸਾਹਿਬ ਨੇ ਤਾਂ ਜੰਗ ਲਾ ਦਿੱਤਾ। ਉਹ ਤਾਂ ਜਾ ਕੇ ਸਮਝਾ ਰਿਹਾ ਸੀ। ਤੇ ਅਸਲ ਗੱਲ ਇਹ ਹੈ, ਸਮਝਾ ਗੁਰੂ ਹਰਗੋਬਿੰਦ ਸਾਹਿਬ ਰਹੇ ਸਨ। ਜਿਹੜੇ ਚਲਾਕ ਚਤੁਰ ਹੁੰਦੇ ਨਾ, ਉਹਨਾਂ ਦੀਆਂ ਗੱਲਾਂ ਇਹੋ ਜਿਹੀਆਂ ਹੁੰਦੀਆਂ। ਇੱਥੇ ਕੁਝ ਹੋਰ, ਦੂਜੇ ਥਾਂ ਕੁਝ ਹੋਰ, ਤੀਜੇ ਥਾਂ ਕੁਝ ਹੋਰ, ਤੇ ਦਿਨ ਰਾਤ ਸਾਜ਼ਿਸ਼ਾਂ ਚੱਲਦੀਆਂ। ਇਹ ਹੁਣ ਸਾਜ਼ਿਸ਼ ਰਚਦਾ ਪਿਆ ਹੈ ਬਈ ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਸੇ ਤਰ੍ਹਾਂ ਪਕੜਵਾ ਦੇਵਾਂ ਜਾਂ ਖਤਮ ਕਰਵਾ ਦੇਵਾਂ। ਆਖਣ ਲੱਗਾ ਭਗਵਾਨ ਦਾਸ ਘੇਰੜ ਨੇ ਬੜਾ ਸਮਝਾਇਆ, ਬੜੀ ਧੀਰਜ ਨਾਲ ਸਮਝਾਇਆ, ਪਰ ਫਿਰ ਵੀ ਗੁਰੂ ਹਰਗੋਬਿੰਦ ਜੀ ਨੇ ਤਤਕਾਲ ਉਸ ਨੂੰ ਸੰਘਾਰ ਦਿੱਤਾ, ਖਤਮ ਕਰ ਦਿੱਤਾ। ਜੁਗ ਸੁਤ ਜੁਤ ਪਿਤ ਹੱਥ ਕਰ ਡਾਰਿਓ। ਔਰ ਇਸ ਤਰ੍ਹਾਂ ਮੇਰੇ 2 ਭਰਾਵਾਂ ਸਮੇਤ ਮੇਰੇ ਪਿਤਾ ਅਬਦੁਲ ਖਾਨ ਨੂੰ ਵੀ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਮਾਰ ਦਿੱਤਾ ਹੈ। ਲਸਕਰ ਸੰਗ ਸਕਲ ਹੀ ਮਾਰਿਓ। ਇਹ ਸਾਰੀ ਸੈਨਾ ਵੀ ਜਿਹੜੀ 14,000 ਗਿਣਤੀ ਸੀ ਉਹ ਵੀ ਸਾਰੀ ਖਤਮ ਕਰ ਦਿੱਤੀ। ਪ੍ਰਥਮ ਰਹੇ ਸਮਝਾਏ ਨਾ ਮਾਨਿਓ। ਬੜਾ ਜਾ ਕੇ ਸਮਝਾਇਆ ਪਰ ਉਹ ਨਹੀਂ ਮੰਨੇ। ਪਠਿਓ ਦੂਤ ਕੋ ਨਿਠੁਰ ਬਖਾਨਿਓ। ਦੂਤ ਭੇਜਿਆ ਤੇ ਉਹਨੂੰ ਵੀ ਕੌੜੇ ਬੋਲ ਗੁਰੂ ਹਰਗੋਬਿੰਦ ਜੀ ਨੇ ਆਖੇ। ਔਰ ਅਸਲੀਅਤ ਬਿਲਕੁਲ ਉਲਟ ਹੈ। ਮਹਾਰਾਜ ਸਮਝਾਉਂਦੇ ਰਹੇ ਵੀ ਜੰਗ ਕਰਨਾ ਸਾਡਾ ਸੁਭਾਅ ਨਹੀਂ, ਅਸੀਂ ਜੰਗ ਨਹੀਂ ਕਰਨਾ ਚਾਹੁੰਦੇ, ਅਸੀਂ ਕੋਈ ਕਬਜ਼ਾ ਨਹੀਂ ਕਰ ਰਹੇ। ਗੁਰੂ ਅਰਜਨ ਦੇਵ ਜੀ ਦੀ ਜ਼ਮੀਨ ਹੈ, ਅਸੀਂ ਕੁਝ ਦਿਨ ਬਰਸਾਤਾਂ ਦੇ ਇੱਥੇ ਆ ਕੇ ਕੱਟਿਆ ਕਰਾਂਗੇ, ਨਗਰ ਤੁਹਾਡਾ ਹੀ।
ਪਰ ਉਹ ਸਾਰੀ ਗੱਲ ਉਲਟ ਬਣਾ ਕੇ ਕਹਿ ਰਿਹਾ ਹੈ। ਚੰਦੂ ਨੰਦਨ ਘੇਰੜ ਨੰਦਨ, ਇਸ ਤਰ੍ਹਾਂ ਦੀਵਾਨ ਚੰਦੂ ਦਾ ਪੁੱਤਰ ਤੇ ਘੇਰੜ ਦਾ ਪੁੱਤਰ ਕਰਿਓ ਕਹਿਰ ਗੁਰ ਕਰੇ ਨਿਕੰਦਨ। ਬੜਾ ਜ਼ੁਲਮ ਕਰਕੇ ਜ਼ੁਲਮੀ ਤਰੀਕੇ ਨਾਲ ਜ਼ੁਲਮ ਢਾਉਂਦਿਆਂ ਹੋਇਆਂ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਬਾਦਸ਼ਾਹ ਸਲਾਮਤ ਮਾਰ ਦਿੱਤੇ। ਤਰਾਸ ਨ ਪਾਏ ਕਹੂੰ ਤੇ ਸੋਈ, ਤੇ ਤੁਹਾਡਾ ਡਰ ਵੀ ਉਹਨਾਂ ਦੇ ਮਨ 'ਚ ਕੋਈ ਨਹੀਂ ਹੈਗਾ, ਕਿਸੇ ਕੋਲੋਂ ਨਹੀਂ ਡਰਦੇ, ਨਿਡਰ ਹਨ। ਇਹ ਤਾਂ ਗੱਲ ਸੱਚ ਹੈਗੀ। ਡਰਦਾ ਉਹ ਹੈ ਜਿਹੜਾ ਪਾਪੀ ਹੋਵੇ। ਸੋ ਡਰੈ ਜੇ ਪਾਪ ਕਮਾਵੰਦਾ, ਧਰਮੀ ਵਿਗਸੇਤ। ਧਾਰਮਿਕ ਬੰਦਾ ਪ੍ਰਸੰਨਤਾ ਨਾਲ ਰਹਿੰਦਾ ਤੇ ਡਰ ਡਰ ਕੇ ਪਾਪੀ ਲੋਕ ਰਹਿੰਦੇ ਨੇ, ਉਹਨਾਂ ਨੂੰ ਹਰ ਵੇਲੇ ਡਰ ਲੱਗਿਆ ਰਹਿੰਦਾ। ਦੁਰਤ ਗਏ ਤੇ ਭਾਗ, ਪਾਪ ਤਿਨ ਭੀਤਰ ਕੰਪੈ। ਉਹਨਾਂ ਦੇ ਪਾਪ ਕਰਮ ਅੰਦਰੋਂ ਕੰਬਦੇ ਹਨ ਤੇ ਉਹ ਸਦਾ ਡਰੇ ਰਹਿੰਦੇ ਹਨ। ਨਰਨ ਹਜ਼ਾਰਨ ਕੀ ਮਿਰਤੂ ਹੋਈ, ਹਜ਼ਾਰਾਂ ਹੀ ਲੋਕਾਂ ਦੀ ਮੌਤ ਹੋ ਗਈ ਉੱਥੇ। ਸਭ ਕੋ ਮਾਰ ਬਿਸਾਰਿਓ ਤਰਾਸ, 14,000 ਦੇ 14,000 ਸੈਨਿਕ ਸਿਪਾਹ ਸਾਲਾਰ ਇਹ ਬਾਦਸ਼ਾਹ ਸਲਾਮਤ ਮੇਰੇ ਪਿਤਾ ਤੇ 2 ਭਰਾਵਾਂ ਸਮੇਤ ਮਾਰ ਦਿੱਤੇ। ਕਿਸੇ ਦਾ ਉਹਨੂੰ ਡਰ ਨਹੀਂ ਹੈ। ਰਚਿਓ ਨਗਰ ਅਰ ਆਪਨ ਆਵਾਸ, ਤੇ ਉਸ ਨੂੰ ਨਗਰ ਵਿੱਚ ਆਪਣੇ ਮਹਿਲ ਬਣਾ ਲਏ, ਕਿਲਾ ਬਣਾ ਲਿਆ। ਸੁਨ ਜ਼ੁਲਮੀ ਕੋ ਸਹਾਰੀ ਸਾਇਓ, ਜਦ ਇਸ ਢੰਗ ਨਾਲ ਮਹਾਰਾਜ ਜੀ ਬਾਰੇ ਆਖਿਆ, ਹਿਰਦੇ ਦੀ ਮੈਲ ਭਰੇ ਵਿਚਾਰ ਤੇ ਆਪਣੀ ਚੁਗਲੀ ਕੀਤੀ, ਤਾਂ ਉਸ ਵੇਲੇ ਬਾਦਸ਼ਾਹ ਨੂੰ ਤੈਸ ਆਇਆ ਮਹਾਰਾਜ ਪ੍ਰਤੀ। ਉਮਰਾਵਨ ਪ੍ਰਤ ਹੁਕਮ ਅਲਾਇਓ, ਤੇ ਆਪਣੇ ਉਮਰਾਓ ਚੌਧਰੀ ਆਪਣੇ ਦਰਬਾਰੀ ਸੈਨਿਕਾਂ ਨੂੰ ਹੁਕਮ ਕੀਤਾ, 20,000 ਬਾਹਨੀ ਜਾਵੇ, 20,000 ਸੈਨਾ ਲੈ ਜਾਓ ਚੜਾ ਕੇ। ਗੁਰ ਕੋ ਪੁਕਰੈ ਮੋਹਿ ਢਿਗ ਲਿਆਵੇ, ਤੇ ਗੁਰੂ ਹਰਗੋਬਿੰਦ ਜੀ ਨੂੰ ਫੜ ਕੇ ਬੰਨ ਕੇ ਮੇਰੇ ਕੋਲ ਲਿਆਵੋ। ਬਾਜ ਹੇਤ ਮੈਂ ਕੀ ਨ ਸਟਾਰੋ, ਉਸ ਵੇਲੇ ਇਹਨਾਂ ਨੇ ਬਾਜ ਪਕੜਿਆ ਸੀ ਤੇ ਮੈਂ ਗੱਲ ਟਾਲ ਦਿੱਤੀ ਸੀ। ਉਨ ਲਰ ਮੁਗਲ ਸਿਖਾਰਣ ਮਾਰੋ, ਤੇ ਉਸ ਵੇਲੇ ਵੀ ਜਿਹੜਾ ਸਾਡਾ ਮੁਖਲਸ ਖਾਨ ਸੀ ਉਸ ਨੂੰ ਮੈਦਾਨ ਵਿੱਚ ਇਹਨਾਂ ਖਤਮ ਕਰ ਦਿੱਤਾ। ਜਲੰਧਰ ਸੂਬਾ ਬਰੀਆਮੂ, ਤੇ ਬੜਾ ਸੂਰਮਾ ਸੀ ਜਲੰਧਰ ਦਾ ਸੂਬਾ। ਸੈਨਾ ਸਹਿਤ ਪਠਿਓ ਜਮ ਧਾਮੂ, ਉਸ ਨੂੰ ਵੀ ਸੈਨਾ 14,000 ਦੇ ਨਾਲ ਹੀ ਇਹਨਾਂ ਨੇ ਖਤਮ ਕਰ ਦਿੱਤਾ। ਬਹੁਰ ਦੇਸ ਮਹਿ ਪਾਏ ਫਤੂਰ, ਸਾਰੇ ਦੇਸ਼ ਵਿੱਚ ਜੰਗ ਕਰਦੇ ਫਿਰਦੇ ਹਨ। ਗੁਰ ਕੇ ਉਰ ਕੋ ਡਰ ਹਾ ਭਾਦੂਰ, ਉਹਨਾਂ ਦੇ ਹਿਰਦੇ ਚੋਂ ਸਾਡਾ ਡਰ ਨਿਕਲਿਆ ਹੋਇਆ। ਹੁਣ ਇਸ ਤਰ੍ਹਾਂ ਦੇਖੋ ਚੁਗਲ ਲੋਕ ਕੀ ਕਰ ਦਿੰਦੇ, ਰੱਬ ਬਚਾਵੇ ਇਹਨਾਂ ਤੋਂ। ਇਹਨਾਂ ਦੇ ਹਿਰਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਚੱਲਦੀਆਂ ਰਹਿੰਦੀਆਂ। ਪਰ ਹੁਣ ਕਿੰਨੀ ਕੁ 20,000 ਸੈਨਾ ਚੜ੍ਹ ਕੇ ਆਈ ਤੇ ਕਿੰਨਾ ਕੁ ਜੰਗ ਹੋਇਆ ਕਿ ਨਹੀਂ ਹੋਇਆ, ਮਰ ਗਏ ਕਿ ਬਚ ਗਏ, ਇਹ ਹੁਣ ਸਾਰੀ ਵਾਰਤਾਲਾਪ ਮਹਾਰਾਜ ਜੀ ਦੀ ਕਥਾ ਆਪ ਕੱਲ ਗੁਰੂ ਮਿਹਰ ਸਦਕਾ ਸਮੇਂ ਨਾਲ ਸਰਵਣ ਕਰੋਗੇ। ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ ਮਹਾਰਾਜ ਜੀ ਦੇ ਘਰ ਵਿੱਚ ਹਾਜ਼ਰੀਆਂ ਭਰ ਰਹੀਆਂ ਨੇ। ਗੁਰੂ ਸਾਹਿਬ ਜੀ ਦੇ ਤਖਤ ਦੇ ਮੁੱਖ ਸੇਵਾਦਾਰ ਜਥੇਦਾਰ ਅਵਤਾਰ ਸਿੰਘ ਜੀ ਹਿੱਤ, ਤਖਤ ਸਾਹਿਬ ਜੀ ਦੇ ਸੁਚੱਜੇ ਲੇਖਕ ਤੇ ਮੀਡੀਆ ਇੰਚਾਰਜ ਭਾਈ ਸੁਦੀਪ ਸਿੰਘ ਜੀ ਅਤੇ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੀਆਂ ਨੇ। ਮੈਨੂੰ ਸਵੇਰੇ ਭਾਈ ਸੁਦੀਪ ਸਿੰਘ ਜੀ ਕਹਿਣ ਲੱਗੇ, ਬਈ ਜਿਹੜੀ ਟਿਕਟ ਬਣੀ ਉਹਦੇ 'ਤੇ ਨਾਮ ਗਲਤ ਹੋ ਗਿਆ ਤੇ ਪਤਾ ਨਹੀਂ ਜਹਾਜ਼ ਚੜ੍ਹ ਸਕਾਂਗੇ ਕਿ ਨਹੀਂ। ਤੇ ਮੈਂ ਕਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਆਇਆ, ਰੋਕਣਾ ਕਿਹਨੇ। ਤੇ ਆਪ ਹੀ ਮੈਨੂੰ ਕਹਿਣ ਲੱਗੇ ਵੀ ਸੱਚ ਹੀ ਹੈ, ਕਿਸੇ ਪੁੱਛਿਆ ਤੱਕ ਨਹੀਂ ਵੀ ਕਿਹਦਾ ਨਾਂ ਤੇ ਕੌਣ ਆਇਆ। ਜਦ ਗੁਰੂ ਦੀ ਕਲਾ ਵਰਤਦੀ ਹੈ, ਮੈਂ ਨਹੀਂ ਕਹਿੰਦਾ ਬਈ ਨਾਮ ਗਲਤ ਹੀ ਲਿਖ ਲਿਆ ਕਰੋ, ਨਾਮ ਆਪਣਾ ਠੀਕ ਲਿਖਿਆ ਕਰੋ, ਪਰ ਜੇ ਕੋਈ ਹੋ ਜਾਏ ਤੇ ਗੁਰੂ ਕਲਾ ਵਰਤਾ ਵੀ ਦਿੰਦਾ। ਸਤਿਗੁਰੂ ਜੀ ਦੀ ਕਲਾ ਵਰਤਦੀ ਹੈ, ਮਹਾਰਾਜ ਆਪ ਸਹਾਈ ਹੁੰਦੇ ਨੇ। ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕੇ ਹੈ ਸੰਗ। ਗੁਰੂ ਸਿੱਖ ਦੇ ਨਾਲ ਹੀ ਸਦਾ ਨਿਵਾਸ ਰੱਖਦਾ। ਮਹਾਰਾਜ ਸਭ ਦੀਆਂ ਹਾਜ਼ਰੀਆਂ ਆਪਣੇ ਦਰ ਪ੍ਰਵਾਨ ਕਰਨ, ਦਰੋਂ ਕਰੋ ਸਿੱਖੀ, ਨਾਮਦਾਨ, ਚੜ੍ਹਦੀ ਕਲਾ, ਹਰ ਪ੍ਰਕਾਰ ਦੀਆਂ ਬਰਕਤਾਂ ਨਾਲ ਨਿਵਾਜਣ। ਆਓ 2 ਮਿੰਟ ਵਾਸਤੇ ਮਹਾਮੰਤਰ ਗੁਰਮੰਤਰ ਦੇ ਜਾਪ ਨਾਲ ਜੁੜੀਏ ਤੇ ਫਿਰ ਅਰਦਾਸ ਤੇ ਫਿਰ ਖਿਮਾ ਪ੍ਰਾਪਤੀ ਪ੍ਰਾਰਥੀ ਹੋਵਾਂਗੇ। ਕੋਈ ਰਸਨਾ ਵਾਂਝੀ ਨਾ ਰਹੇ।
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।